ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਆਪ ਜੀ ਨੂੰ ਅੱਜ ਦੀ ਗੁਰਮਤਿ ਕਲਾਸ ਵਿੱਚ ਜੀ ਆਇਆਂ। ਅੱਜ ਅਸੀਂ ਬਸੰਤ ਹੰਡੋਲ ਸਰਲੇਖ ਹੇਠ ਜੋ ਸ਼ਬਦ ਹੈ 9-7-14 3-4 ਘਰ ਮਹਿਲਤ 4 ਬਹਾਲੀ, ਜਿਵੇਂ ਸ਼ਬਦਾਵਲੀ ਤੋਂ ਹੀ ਸਮਝਾਉਂਦਾ ਹੈ ਕਿ ਸ਼ਬਦ ਦੇ ਅਰਥ ਥੋੜੇ ਕਠਿਨ ਹਨ। ਉਹਨਾਂ ਨੂੰ ਅਰਥਾਂ ਨੂੰ ਸਮਝਣ ਲਈ ਅਸੀਂ ਅੱਜ ਵੀਰ MP ਸਿੰਘ ਜੀ ਪਾਸੋਂ ਉਹਨਾਂ ਦੇ ਕੋਲੋਂ ਸਲਾਈਡ ਪ੍ਰੈਜੈਂਟੇਸ਼ਨ ਰਾਹੀਂ ਇਹ ਪੂਰੇ ਸ਼ਬਦ ਦੀ ਵਿਚਾਰ ਸਰਵਨ ਕਰਾਂਗੇ। तो मैं बेनती कर रहा हूँ वीर MP ਸਿੰਘ ਜੀ ਨੂੰ ਕਿ ਉਹ ਇਸ ਸ਼ਬਦ ਦੀ ਵਿਚਾਰ ਆਰੰਭ ਕਰਨ। ਵੀਰ MP ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। तो क्लास आरंभ करने तो पहला मूल मंत्र का पाठ कर लिया जी। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। वाहिगुरू जी का खालसा वाहिगुरू जी की फतेह। सो ਜਿਹੜੇ शब्द वीर जी ने अनाउंस किया है, उस शब्द की जो राव की पंक्ति है ਉਹਦੇ ਵਿੱਚੋਂ ਹੀ ਅੱਜ ਦੀ ਇਸ ਪ੍ਰੈਜੈਂਟੇਸ਼ਨ ਦਾ ਸਿਰਲੇਖ ਲਿਆ ਗਿਆ ਹੈ। ਸੋ ਪਹਿਲਾ ਆਪਾਂ ਸ਼ਬਦ ਦਾ ਪਾਠ ਸਰਵਣ ਕਰੀਏ ਜੀ। बसंत हिंडोल महला पहला कर दूजा 9-7-14 3-4 कर महलत 4 बहाली चारे दीवे चो हथ दिए एका एका वारी मेहरबान मधुसूदन माधो ऐसी शकत तुम्हारी मेहरबान मधुसूदन माधो ऐसी शकत तुम्हारी। कर कर लश्कर पावक तेरा धर्म करे सिकदारी धरती देग मिले एक वेरा पाग तेरा पंडारी। ना साबूर होवे फिर मंगे नारद करे खुआरी लब अंधेरा बंदी खाना ओगन पैर लुहारी। पूंजी मार पवै नित मुदगर पाप करे कुटवारी पावे चंगा पावे मंदा जैसी नदर तुम्हारी। आदि पुरख को अल्लाह कहिए शेखा आई वारी
ਦੇਵਲ ਦੇਵਤਿਆਂ ਕਰ ਲਾਗਾ, ਐਸੀ ਕੀਰਤ ਚਾਲ, ਕੂਜਾ ਬਾਂਗ ਨਿਵਾਜ ਮੁਸੱਲਾ, ਨੀਲ ਰੂਪ ਬਨਵਾਰੀ, ਕਰ ਕਰ ਮੀਆਂ ਸਭਨਾ ਜੀਆਂ, बोली और तुम्हारी। जे तू मीर महीपत साहिब, कुदरत कौन हमारी, चारे कुंट सलाम करेंगे, कर कर सिफत तुम्हारी। तीरथ सिमरित पुण्य दान, किछ लाहा मिलै दिहाड़ी, नानक नाम मिलै वड्याई, मेका कड़ी संभाली, नानक नाम मिलै वड्याई, मेका कड़ी संभाली। ये जो शब्द आप जी ने श्रवण किया है, ये राग बसंत ढोल ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1190 1191 ਦੇ ਉੱਪਰ ਸੁਸ਼ੋਭਿਤ ਹੈ। ਰਾਗ ਬਸੰਤ ਬਾਰੇ ਜਿਵੇਂ ਆਪ ਸਾਰੇ ਜਾਣਦੇ ਹੀ ਹੋ ਕਿ ਬਸੰਤ ਦੀ ਰੁੱਤ ਦੇ ਨਾਲ ਇਸ ਰਾਗ ਨੂੰ ਸੰਬੰਧਿਤ ਕੀਤਾ ਜਾਂਦਾ ਹੈ। ਗੁਰਮਤਿ ਕੀਰਤਨ ਦੀ ਮਰਿਆਦਾ ਦੇ ਅਨੁਸਾਰ ਵੀ ਇਹ ਰਾਗ ਬਸੰਤ ਜਿਹੜਾ ਹੈ, ਜਿੰਨਾ ਚਿਰ ਬਸੰਤ ਦੀ ਰੁੱਤ ਜੋ ਕਿ ਜਿਹਦਾ ਆਰੰਭ ਕਿ ਮਾਘ ਦੀ ਸੰਗਰਾਂਦ ਤੋਂ, ਮਾਘੀ ਦੀ ਸੰਗਰਾਂਦ ਤੋਂ ਆਰੰਭ ਮੰਨਿਆ ਜਾਂਦਾ ਹੈ ਤੇ ਹੋਲੇ ਮਹੱਲੇ ਵਾਲੇ ਦਿਨ ਤੱਕ ਇਹ ਬਸੰਤ ਰੁੱਤ ਮੰਨੀ ਜਾਂਦੀ ਹੈ। ਤੇ ਇਸ ਦਾ ਬਸੰਤ ਰਾਗ ਦਾ ਇਸ ਸਾਰੇ ਪੀਰੀਅਡ ਦੇ ਵਿੱਚ ਸਾਰੇ ਰਾਗੀ ਜਿਹੜਾ ਹੈ, ਜਿੰਨੇ ਵੀ ਰਾਗ ਦੀ ਸੂਝ ਰੱਖਣ ਵਾਲੇ ਹਨ, ਉਹ ਜ਼ਰੂਰ ਹੀ ਇਸ ਬਸੰਤ ਰਾਗ ਦੇ ਵਿੱਚ ਇੱਕ ਨਾ ਇੱਕ ਸ਼ਬਦ ਜ਼ਰੂਰ ਪੜ੍ਹਦੇ ਹਨ। ਔਰ ਬਹੁਤਾਤ ਵਿੱਚ ਰਾਗੀ ਜਿਹੜੇ ਹਨ, ਹਰ ਕੀਰਤਨ ਦੀ ਹਾਜ਼ਰੀ ਵੇਲੇ ਜੋ ਗੁਰੂ ਅਰਜਨ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਬਸੰਤ ਕੀ ਵਾਰ ਹੈ, ਜਿਹਦੀਆਂ ਸਿਰਫ 3 ਪੌੜੀਆਂ ਹਨ, ਉਸ ਵਾਰ ਦਾ ਵੀ ਗਾਇਨ ਕੀਰਤਨ ਦੇ ਵਿੱਚ ਜ਼ਰੂਰ ਕਰਦੇ ਹਨ। ਬਸੰਤ ਰਾਗ ਬਸੰਤ ਦੀ ਰੁੱਤ ਵਿੱਚ ਤਾਂ ਕਿਸੇ ਸਮੇਂ ਵੀ ਗਾਇਆ ਜਾ ਸਕਦਾ ਹੈ, ਪਰ ਬਸੰਤ ਦੀ ਰੁੱਤ ਤੋਂ ਇਲਾਵਾ ਜੇ ਇਸ ਦਾ ਗਾਇਨ ਕਰਨ ਦਾ ਜੋ ਸ਼ਾਸਤਰੀ ਸੰਗੀਤ ਦੀ ਪੱਧਤੀ ਦੇ ਮੁਤਾਬਕ ਸਮਾਂ ਹੈ, ਉਹ ਰਾਤ ਦਾ ਦੂਸਰਾ ਪਹਿਰ ਹੈ। ਸੋ ਸ਼ਬਦ ਦਾ ਜਿਵੇਂ ਆਪ ਸਾਰੇ ਜਾਣਦੇ ਹੋ ਕੇਂਦਰੀ ਭਾਵ ਰਾਹੋਂ ਦੀ ਪੰਕਤੀ ਦੇ ਅੰਦਰ ਹੁੰਦਾ ਹੈ। तो इस शब्द की जो राहु की पंक्ति है, मेहरबान मधुसूदन मध हो ऐसी शकत तुम्हारी। मम्मे अखर तुम्हारी दे मम्मे दे अखर दे थले जो हलंत लग्या होया है, वो उसका हाहे अद्धे हाए दा या उस तो भी हल्की आवाज दा हाए दा उच्चारण होएगा, ऐसी शकत तुम्हारी। सो परमात्मा नू संबोधन करके गुरु पातशाह कह रहे हैं, हे मेहरबान प्रभु मधुसूदन। मधुसूदन वैसे लफज जड़ा है ये प्रचलित है कृष्ण जी के वास्ते, क्योंकि ये अखरी अर्थ हैं मधु नू, मधु दैंत नू मारन वाला। कृष्ण जी ने अपने जीवन काल एक राक्षस का वध किया सीगा जिसका नाम मधु राक्षस सीगा, उस तो उन्हां दा नाम मधुसूदन पै गया। गुरबाणी के अंदर ऐसे अनेका ही नाम हैं जो कृष्ण जी के नाल जुड़े हुए हैं या विष्णु जी के नाल जुड़े हुए हैं, पर वो सारे ही नाम अकाल पुरख के सूचक वजों वरतों च लिआंदे गए हैं। इसी तरह का ही लफज है माधो, जिसका मूल स्वरूप है माधव, ते उहदा अर्थ है माया दा खसम, माया दा पति। तो ये लफज भी जो है विष्णु जी के वास्ते प्रचलित है। माया भाव लक्ष्मी, लक्ष्मी का पति विष्णु,
तो ये विष्णु ਦਾ ਸੂਚਕ ਜੋ ਲਫ਼ਜ਼ ਹੈ ਗੁਰਬਾਣੀ ਦੇ ਅੰਦਰ ਇਸ ਦਾ ਵੀ ਵਰਤੋਂ ਜਿਹੜੀ ਹੈ ਇਸ ਦੀ ਪਰਮਾਤਮਾ ਵਾਸਤੇ ਕੀਤੀ ਗਈ ਹੈ। ਸੋ ਪਰਮਾਤਮਾ ਨੂੰ ਹੀ ਵੱਖ-ਵੱਖ ਨਾਵਾਂ ਦੇ ਨਾਲ ਸੰਬੋਧਨ ਕਰਕੇ हे ਮਿਹਰਬਾਨ ਪ੍ਰਭੂ, ਇਹ ਦੈਤ ਨੂੰ ਮਾਰਨ ਵਾਲੇ ਭਾਵ ਦੁਸ਼ਟਾਂ ਦਾ ਨਾਸ਼ ਕਰਨ ਵਾਲੇ, हे ਮਾਇਆ ਦੇ ਮਾਲਕ ਪ੍ਰਭੂ, ਐਸੀ ਸ਼ਕਤ तुम्हारी, ਤੁਹਾਡੀ ਐਸੀ ਹੈਰਾਨ ਕਰ ਦੇਣ ਵਾਲੀ, ਅਚਰਜ ਕਰ ਦੇਣ ਵਾਲੀ ਤਾਕਤ ਹੈ, ਸ਼ਕਤੀ ਹੈ, ਜਿਸ ਨੂੰ ਵੇਖ ਕੇ ਜੀਵ ਵਿਸਮਾਦ ਵਿੱਚ ਆ ਜਾਂਦੇ ਹਨ, ਹੈਰਾਨ ਹੋ ਜਾਂਦੇ ਹਨ ਕਿ ਸਭ ਥਾਂ ਤੇ ਤੇਰਾ ਹੀ ਹੁਕਮ ਵਰਤਦਾ ਹੈ ਤੇ ਜੀਵਾਂ ਦੀ ਸਮਝ ਚ ਉਹ ਹੁਕਮ ਆਵੇ ਜਾਂ ਨਾ ਆਵੇ, ਉਹਨਾਂ ਦੀ ਮਰਜ਼ੀ ਦੇ ਅਨੁਕੂਲ ਹੋਵੇ ਚਾਹੇ ਉਲਟ ਹੋਵੇ, ਜਗਤ ਵਿੱਚ ਵਾਪਰਦਾ ਉਹੀ ਕੁਝ ਹੈ ਜੋ परमात्मा की रजा के अनुसार होता है, परमात्मा के हुक्म के अनुसार होता है। हर कोई इंसान अपनी जिंदगी के तजर्बे तो ये गल महसूस कर सकता है कि उसके जीवन के विच अनेकों ऐसिया घटनावां वापरियां हन जिहड़ियां उहदी सोच के मुताबिक ठीक नहीं सन, उन्हें पसंद नहीं सन। कई बारी तो लोग फ्रस्ट्रेशन विच आके इहो जी गल भी कर सकते हैं कि रब इस तरह किवें कर सकता है, जे परमात्मा दयालु है तो फिर उन्हें सुनामी क्यों आन दिती, जे रब इन्ना मेहरबान है तो फिर ये ऐसी बीमारी क्यों फैल रही है कि इन्ने लखां करोड़ां लोग मर रहे हैं। लोग इतराज करते हैं ऐसियां गल्लां। फिर जे कदी दुनिया दे विच लड़ाई झगड़े कतलो गारत हो जाती है तो उदों भी कई लोगों के मूँहों ऐसियां गल्लां सुनने नूं मिलदियां हन कि रब जे दयालु है, मेहरबान है तो ये कुछ क्यों हो रहा है। या किसी अगर जालम के हथों किसी धार्मिक बंदे का, किसी भले इंसान का कतल हो जाता है तो भी कई लोग इतराज कर देंगे हैं ये क्यों ऐसा हो रहा है। वैसे दुनिया के विच ईवेंट्स कई बार ऐसे भी असरज करने वाले होंगे हैं जिहड़े लोगों की उम्मीद तो किते ज़्यादा उन्हां दे उत्ते बख्शिशां करने वाले होंगे हैं, जिन्हां दातां दी, जिन्हां बख्शिशां दी कदी जीव आस भी नहीं रख सकते, उम्मीद भी नहीं कर सकते। परमात्मा वालों ऐसियां भी बरकतां बख्शिशां की प्राप्ति होंदी है। हर किसी के जीवन में ऐसियां घटनावां भी जरूर वापरियां होंगियां जदों उहदी अपनी आस तो वध उसनूं दान दात प्राप्त हो गई होगी। पर इंसान की फितरत है कि उन्होंने जो प्राप्ति हो जाए, जो अपनी आस तो वध मिल जाए, उसनूं तो वो क्रेडिट लैण नूं बहुत काला हुंदा है ते उसका कोई ना कोई बहाना लभ के उन्होंने अपने क्रेडिट विच लै जांदा है कि देखिया मैं इंज कीता सी इस करके इन्ना एक्सट्रा मैनूं ਉਹਦਾ लाभ हो गया है ਜਾਂ ਇਹ चीज़ मैनूं प्राप्त हो गई है क्योंकि मैं इंज कीता सीगा, ਤਾਂ ਉਦੋਂ ਉਹ ਕ੍ਰੈਡਿਟ ਆਪ ਲੈ ਜਾਂਦਾ ਹੈ। ਪਰ ਜੇ ਕਦੀ ਘਟਨਾ ਇਹੋ ਜਿਹੀ ਵਾਪਰਦੀ ਹੈ ਜਿਹੜੀ ਉਹਦੀ ਮਰਜ਼ੀ ਮੁਤਾਬਕ ਨਹੀਂ ਹੁੰਦੀ ਜਾਂ ਜਿਹਦੇ ਨਾਲ ਉਹਦੇ ਜੀਵਨ ਵਿੱਚ ਕੋਈ ਕਸ਼ਟ ਆ ਜਾਂਦਾ ਹੈ, ਕੋਈ ਤਕਲੀਫ ਹੋ ਜਾਂਦੀ ਹੈ, ਤਾਂ ਫਿਰ ਉਹ परमात्मा ਨੂੰ ਦੋਸ਼ ਦੇਣ ਲੱਗ ਪੈਂਦਾ ਹੈ ਜਾਂ ਇਤਰਾਜ਼ ਕਰਨ ਲੱਗ ਪੈਂਦਾ ਹੈ ਕਿ ਰੱਬ ਇਸ ਤਰ੍ਹਾਂ ਦੇ ਕੰਮ ਕਿਵੇਂ ਕਰ ਸਕਦਾ ਹੈ। ऐसियां घटनावां हर समय ही ਹੁੰਦੀਆਂ ਆਈਆਂ ਹਨ, ਗੁਰੂ ਕਾਲ ਦੇ ਵਿੱਚ ਵੀ ਹੋਈਆਂ। ਪਰ ਗੁਰੂ ਸਾਹਿਬਾਨ ਦੀ ਜੋ ਅਪਰੋਚ ਹੈ ਉਹ ਆਮ ਦੁਨੀਆਦਾਰਾਂ ਵਾਲੀ ਅਪਰੋਚ ਨਹੀਂ ਹੈ। ਗੁਰੂ ਸਾਹਿਬਾਨ ਨੂੰ ਪਰਮਾਤਮਾ ਦੇ ਹਰ ਐਕਟ ਦੇ ਵਿੱਚੋਂ, ਹਰ ਕੰਮ ਦੇ ਵਿੱਚੋਂ परमात्मा की सर्व व्यापकता, परमात्मा की सर्व कला की समर्थ होने वाली जो ताकत है वो गुण ही नजर आता है। आम दुनियादार जीव कदे किसी दुख वाली घटना वापरन के उत्ते कल्पते हैं, रोंदे कुरलाते हैं, परमात्मा नूं गिले करते हैं, पर गुरु पातशाह ने परमात्मा नूं कदी गिला नहीं किया। उन्होंने सगों हर चीज़ के विचों परमात्मा का बख्शंद रूप, परमात्मा का न्यायकारी स्वरूप ਅਤੇ परमात्मा का सर्व शक्तिमानता वाला स्वरूप ही ਉਹਦੇ ਵਿੱਚੋਂ ਉਹਨਾਂ ਨੂੰ ਨਜ਼ਰ ਆਇਆ ਹੈ। ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਦੇ ਅੰਦਰ ਵੀ ਇੱਕ ਐਸੀ ਘਟਨਾ ਹੋਈ ਸੀ ਜਿਹਦੇ ਬਾਰੇ ਅੱਜ ਵੀ ਲੋਕਾਂ ਦੇ ਵਿੱਚ ਕੁਝ ਇੱਕ ਥੋੜਾ ਜਿਹਾ ਮਤਭੇਦ ਹੈ ਕਿ ਉਹਨਾਂ ਨੇ ਉਸ ਵੇਲੇ ਕੀ ਰਿਸਪੌਂਸ ਦਿੱਤੀ, ਕਿਵੇਂ ਰਿਐਕਟ ਕੀਤਾ। ਤੇ ਉਹ ਘਟਨਾ ਸੀ ਬਾਬਰ ਦਾ ਹਮਲਾ ਅਹਿਮਦਾਬਾਦ ਤੇ।
ਔਰ ਗੁਰੂ ਨਾਨਕ ਪਾਤਸ਼ਾਹ ਦੇ ਆਪਣੇ ਹੀ ਉਚਾਰਨ ਕੀਤੇ ਹੋਏ 4 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੌਜੂਦ ਹਨ, ਜਿਹੜੇ ਇਸ ਬਾਬਰ ਦੇ ਹਮਲੇ ਦੇ ਨਾਲ ਤਲਕ ਰੱਖਦੇ ਹਨ। ਆਮ ਤੌਰ ਤੇ ਪ੍ਰਚਲਿਤ ਰੂਪ ਵਿੱਚ ਅਸੀਂ ਉਹਨਾਂ ਨੂੰ ਬਾਬਰ ਬਾਣੀ ਦੇ ਸ਼ਬਦ ਕਹਿ ਕੇ ਵੀ ਯਾਦ ਰੱਖਦੇ ਹਾਂ। ਆਪ ਜੀ ਦੇ ਸਾਹਮਣੇ ਸਕਰੀਨ ਤੇ ਉਹਨਾਂ 4 ਸ਼ਬਦਾਂ ਦੀਆਂ ਰਾਹੋਂ ਦੀਆਂ ਪੰਕਤੀਆਂ, ਪਹਿਲੇ 3 ਸ਼ਬਦਾਂ ਦੀਆਂ ਰਾਹੋਂ ਦੀਆਂ ਪੰਕਤੀਆਂ ਹਨ, ਤੇ ਜੋ ਚੌਥਾ ਜਿਹੜਾ ਸ਼ਬਦ ਹੈ ਜੋ ਤਿਲੰਗ ਰਾਗ ਦੇ ਵਿੱਚ ਹੈ, ਉਸ ਸ਼ਬਦ ਦੇ ਅੰਦਰ ਰਾਹੋਂ ਨਹੀਂ ਹੈ, ਉਹਦੇ 2 ਪਦੇ ਹਨ, ਤੇ ਆਖਰੀ ਦੂਸਰੇ ਪਦੇ ਦੀ ਜੋ ਅਖੀਰਲੀ ਪੰਕਤੀ ਹੈ ਉਹ ਸਕਰੀਨ ਦੇ ਉੱਤੇ ਡਿਸਪਲੇ ਕੀਤੀ ਜਾ ਰਹੀ ਹੈ। ਜਿਸ ਸ਼ਬਦ ਵਿੱਚ ਰਾਹੋਂ ਦਾ ਬੰਦ ਨਹੀਂ ਹੁੰਦਾ, ਆਮ ਤੌਰ ਤੇ ਆਖਰੀ ਪੰਕਤੀ ਵਿੱਚ ਉਸ ਦਾ ਕੇਂਦਰੀ ਭਾਵ ਦਰਸਾਇਆ ਜਾਂਦਾ ਹੈ। ਸੋ ਗੁਰੂ ਪਾਤਸ਼ਾਹ ਦੇ ਵੱਲੋਂ ਇਹਨਾਂ ਸਾਰੇ ਸ਼ਬਦਾਂ ਦੇ ਅੰਦਰ ਪਰਮਾਤਮਾ ਦਾ ਜੋ ਸਰਵ ਵਿਆਪਕ ਰੂਪ ਹੈ, ਜੋ ਸਰਵ ਸ਼ਕਤੀਮਾਨਤਾ ਦਾ ਗੁਣ ਹੈ, ਉਸੇ ਨੂੰ ਹੀ ਪ੍ਰਗਟ ਕੀਤਾ ਗਿਆ ਹੈ। ਜੋ ਪਹਿਲਾ ਸ਼ਬਦ ਹੈ ਉਹਦਾ ਰਾਹੋਂ ਦਾ ਬੰਦ ਹੈ ਆਦੇਸ਼, ਬਾਬਾ ਆਦੇਸ਼। ਆਦ ਪੁਰਖ ਤੇਰਾ ਅੰਤ ਨਾ ਪਾਇਆ, ਕਰ ਕਰ ਦੇਖੈ ਵੇਸ। ਆਦੇਸ਼ ਤੋਂ ਭਾਵ ਹੈ ਨਮਸਕਾਰ। ਬਾਬਾ ਸੰਬੋਧਨ ਪਰਮਾਤਮਾ ਨੂੰ ਹੀ ਹੈ। हे ਪ੍ਰਭੂ ਪਰਮਾਤਮਾ, ਤੈਨੂੰ ਨਮਸਕਾਰ ਹੈ। ਤੂੰ ਆਦ ਪੁਰਖ ਹੈ, ਸਦਾ ਤੋਂ ਆਰੰਭ ਤੋਂ ਤੂੰ ਹੀ ਹੈ, ਸਰਵ ਵਿਆਪਕ ਹੈ। ਤੇਰਾ ਅੰਤ ਨਾ ਕੋਈ ਪਾ ਸਕਿਆ ਹੈ, ਨਾ ਹੀ ਕੋਈ ਪਾ ਸਕਦਾ ਹੈ। ਤੇ ਭਾਵੇਂ ਕੋਈ ਵੱਖਰੇ ਵੱਖਰੇ ਤਰੀਕੇ ਦੇ ਨਾਲ, ਕਿਸੇ ਵੀ ਤਰੀਕੇ ਦੇ ਨਾਲ ਕਿਸੇ ਨੇ ਕੋਸ਼ਿਸ਼ ਕੀਤੀ ਹੋਵੇ, ਤੇਰਾ ਅੰਤ ਕੋਈ ਨਹੀਂ ਪਾ ਸਕਦਾ। ਇਸ ਸ਼ਬਦ ਦੀ ਅਰਬਤਾ ਹੁੰਦੀ ਹੈ ਜਿਨ ਸਿਰ ਸੋਹਣ ਪੱਟੀਆਂ, ਮੰਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਆਂ, ਗਲ ਵਿੱਚ ਆਵੇ ਧੂੜ, ਮਹਿਲਾ ਅੰਦਰ ਹੁੰਦੀਆਂ, ਹੁਣ ਬਹਿਨ ਨਾ ਮਿਲੇ ਹਦੂਰ। ਜੇ ਇਸ ਨੂੰ ਸ਼ਬਦ ਨੂੰ ਧਿਆਨ ਨਾਲ ਪੜ੍ਹਿਆ ਜਾਵੇ ਤੇ ਬੜਾ ਹੀ ਦਰਦਨਾਕ ਨਜ਼ਾਰਾ ਹੈ। ਬਾਬਰ ਨੇ ਹਮਲਾ ਕੀਤਾ ਔਰ ਜਿਹੜੇ ਇੱਥੇ ਪਠਾਣਾ ਦਾ ਜਿਨ੍ਹਾਂ ਦਾ ਰਾਜ ਸੀਗਾ, ਉਹਨਾਂ ਦੀ ਕੋਈ ਤਿਆਰੀ ਨਹੀਂ ਸੀ, ਉਹ ਕੋਈ ਮੁਕਾਬਲਾ ਉਹਦੇ ਨਾਲ ਕਰ ਨਹੀਂ ਸਕੇ। ਬਾਬਰ ਨੇ ਸਹਿਜੇ ਹੀ ਸਾਰੇ ਸ਼ਹਿਰ ਦੇ ਉੱਤੇ, ਇਲਾਕੇ ਦੇ ਉੱਤੇ ਕਬਜ਼ਾ ਕਰ ਲਿੱਤਾ, ਤੇ ਫਿਰ ਉਹਦੇ ਸਿਪਾਹੀਆਂ ਨੇ ਜੋ ਲੁੱਟਮਾਰ ਕੀਤੀ, ਜੋ ਕਤਲੋਗਾਰਤ ਕੀਤੀ, ਜੋ ਬੁਰਾ ਹਾਲ ਕੀਤਾ, ਗੁਰੂ ਸਾਹਿਬ ਨੇ ਸ਼ਬਦ ਦੇ ਅੰਦਰ ਉਸਦਾ ਵਿਸਥਾਰ ਸਹਿਤ ਵਰਣਨ ਕੀਤਾ ਹੈ ਕਿ ਜਿਹੜੇ ਲੋਕ ਐਸ਼ੋ ਆਰਾਮ ਦੀ ਜ਼ਿੰਦਗੀ ਜੀ ਰਹੇ ਸਨ, ਬੜੇ ਸੁੱਖ ਆਰਾਮ ਦੇ ਸਮਾਂ ਲੰਘਾ ਰਹੇ ਸਨ, ਉਹਨਾਂ ਦੀ ਕਿੰਨੀ ਬੁਰੀ ਹਾਲਤ ਹੋਈ। 1 ਲੱਖ ਲੈਣ ਬੈਠੀਆਂ, ਲੱਖ ਲੈਣ ਖੜੀਆਂ, ਕਰੀ ਛੁਹਾਰੇ ਖਾਂਦੀਆਂ, ਮਾਨਨ ਸੇ ਜੜੀਆਂ, 3 ਗਲ ਸਿਲਕਾਂ ਪਾਈਆਂ, ਟੁੱਟਣ ਮੋਤਸਰੀਆਂ। ਤੋ ਐਸ਼ੋ ਆਰਾਮ ਕਰਨ ਵਾਲੇ ਜਿਨ੍ਹਾਂ ਦੇ ਬੜੇ ਬੜੇ ਧਨਵਾਨ ਲੋਕ ਸਨ, ਨੌਕਰ ਚਾਕਰ ਸਨ, ਉਹਨਾਂ ਦੀ ਜੋ ਬੁਰੀ ਗਤ ਹੋਈ, ਉਹਨਾਂ ਦਾ ਵੀ ਵਰਣਨ ਸਭ ਕੀਤਾ ਹੈ। ਪਰ ਸ਼ਬਦ ਦਾ ਜੋ ਮੂਲ ਸਿਧਾਂਤ ਹੈ ਉਹ ਰਾਹੋਂ ਦੀ ਪੰਕਤੀ ਵਿੱਚ ਇਹ ਹੈ ਕਿ ਇਹ ਹੈ ਪ੍ਰਭੂ, ਇਹ ਹੈ ਸਭ ਤੇਰੇ ਹੁਕਮ ਦੇ ਅੰਦਰ ਹੀ। ਤੇ ਤੇਰੀ ਰਜ਼ਾ ਸੀਗੀ ਕਿ ਬਾਬਰ ਹਮਲਾ ਕਰਕੇ ਇੱਥੇ ਆਇਆ, ਤੇ ਕਿਉਂਕਿ ਅੱਗੋਂ ਪਠਾਣਾ ਦੀ ਕੋਈ ਤਿਆਰੀ ਨਹੀਂ ਸੀ, ਉਹ ਐਸ਼ੋ ਇਸ਼ਰਤ ਦੀ ਜ਼ਿੰਦਗੀ ਜੀ ਰਹੇ ਸਨ, ਉਹ ਉਹਦਾ ਮੁਕਾਬਲਾ ਕਰ ਨਹੀਂ ਸਕੇ, ਤੇ ਅੰਤ ਉਹਨਾਂ ਨੂੰ ਇਹ ਹਾਲਾਤ ਵੇਖਣੇ ਪਏ। ਇਸੇ ਤਰ੍ਹਾਂ ਹੀ ਦੂਸਰੇ ਸ਼ਬਦ ਦੇ ਅੰਦਰ ਵੀ ਜੋ ਰਾਹੋਂ ਦੀ ਪੰਕਤੀ ਹੈ, ਇਹ ਜਗ ਤੇਰਾ ਤੂੰ ਗੋਸਾਈ, ਇੱਕ ਘੜੀ ਮੈਂ ਥਾਪ ਥਾਪੇ, ਜਰ ਵੰਡ ਦੇਵੇਂ ਭਾਈ। ਇਹਦੇ ਵਿੱਚ ਵੀ ਇਹੀ ਗੱਲ ਕੀਤੀ ਹੈ ਕਿ ਇਹ ਜਗਤ ਸਾਰਾ ਹੈ ਪ੍ਰਭੂ ਤੇਰਾ ਹੀ ਬਣਾਇਆ ਹੋਇਆ ਹੈ, ਤੂੰ ਹੀ ਇਸ ਦਾ ਸਾਈਂ ਹੈ, ਮਾਲਕ ਹੈ। ਪਰ ਜਦੋਂ ਤੇਰੀ ਰਜ਼ਾ ਹੋਈ ਤਾਂ ਇੱਕ ਘੜੀ ਦੇ ਵਿੱਚ ਹੀ ਇਹ ਸਭ ਉਥਲ ਪੁਥਲ ਕਰ ਦਿੱਤਾ, ਤੇ ਜਿਨ੍ਹਾਂ ਦੇ ਕੋਲ ਧਨ ਸੀਗਾ ਉਹਨਾਂ ਦੇ ਕੋਲੋਂ ਲੁੱਟਿਆ ਗਿਆ, ਕਿਸੇ ਹੋਰ ਕੋਲ ਚਲਾ ਗਿਆ, ਦੂਜਿਆਂ ਕੋਲ ਮਿਲਿਆ, ਦੂਜਿਆਂ ਕੋਲ ਪਹੁੰਚ ਗਿਆ। ਇਹ ਸਭ ਕੁਝ ਤੇਰੇ ਹੁਕਮ ਦੇ ਅਧੀਨ ਹੀ ਹੋਇਆ। ਇਸੇ ਤਰ੍ਹਾਂ ਹੀ ਤੀਸਰੇ ਸ਼ਬਦ ਦੇ ਜੋ ਰਾਹੋਂ ਦਾ ਬੰਦ ਹੈ, ਕਰਤਾ ਤੂੰ ਸਭਨਾ ਕਾ ਸੋਈ, ਇਹ ਸ਼ਕਤਾ ਸ਼ਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਇਹ ਪਰਮਾਤਮਾ ਤੂੰ ਤਾਂ ਸਭ ਦਾ ਮਾਲਕ ਹੈ, ਤੇ ਜੇ ਇੱਕ ਸ਼ਕਤੀਵਾਨ ਦੂਜੇ ਸ਼ਕਤੀਵਾਨ ਨੂੰ ਮਾਰਦਾ ਹੈ ਤਾਂ ਫਿਰ ਇਹਦੇ ਚ ਰੋਸ ਕਰਨ ਵਾਲੀ ਕਿਹੜੀ ਗੱਲ ਹੈ। ਜੋ ਉਹਨਾਂ ਦਾ ਫਰਜ਼ ਸੀਗਾ, ਜੋ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਪਠਾਣਾ ਦੀ, ਕਿ ਉਹਨਾਂ ਨੇ ਆਪਣੇ ਸ਼ਹਿਰ, ਆਪਣੇ ਇਲਾਕੇ ਦੀ ਦੇਖਭਾਲ ਕਰਨੀ ਸੀ, ਉਹਦੀ ਰਾਖੀ ਕਰਨੀ ਸੀ। ਅਗਰ ਜੇ ਉਹ ਉਸ ਆਪਣੇ ਫਰਜ਼ ਤੋਂ ਕੁਤਾਹੀ ਕਰਕੇ ਆਪਣੇ ਫਰਜ਼ ਨੂੰ ਉਹਨਾਂ ਨੇ ਇਗਨੋਰ ਕੀਤਾ, ਆਪਣੇ ਫਰਜ਼ ਦੀ ਪਾਲਣਾ ਨਹੀਂ ਕੀਤੀ, ਤਾਂ ਫਿਰ ਜੇ ਉਹਦੀ ਸਜ਼ਾ ਉਹਨਾਂ ਨੂੰ ਭੁਗਤਣੀ ਪਈ ਤਾਂ ਇਹਦੇ 'ਚ ਰੋਸ ਵਾਲੀ ਗੱਲ ਕੋਈ ਨਹੀਂ ਹੈ। ਇਸੇ ਸ਼ਬਦ ਦੇ ਅੰਦਰ ਇੱਕ ਜੋ ਗੱਲ ਆਉਂਦੀ ਹੈ, ਜਿਹੜੀ ਇੱਕ ਪੰਕਤੀ ਜਿਹਦੇ ਬਾਰੇ ਕਈ ਵਿਦਵਾਨਾਂ 'ਚ ਮਤਭੇਦ ਵੀ ਹੈ ਕਿ ਏਤੀ ਮਾਰ ਪਈ ਕਰ ਲਾਣੇ ਤੈਂ ਕੀ ਦਰਦ ਨਾ ਆਇਆ।
ਤਾਂ ਬਹੁਤੇ ਲੋਕ ਇਸ ਨੂੰ ਸਵਾਲੀਆ ਫਿਕਰਾ ਬਣਾ ਕੇ ਇਹਦੇ ਅਰਥ ਕਰਦੇ ਹਨ ਕਿ ਗੁਰੂ ਪਾਤਸ਼ਾਹ ਦਾ ਹਿਰਦਾ ਕਲਪ ਉੱਠਿਆ, ਉਹਨਾਂ ਪਾਸੋਂ ਇਹ ਦੁੱਖ ਦਰਦ ਤਕਲੀਫ ਕਤਲੋ ਗਾਰਤ ਸਹਾਰੀ ਨਹੀਂ ਗਈ ਤੇ ਉਹਨਾਂ ਨੇ ਪਰਮਾਤਮਾ ਨੂੰ ਗਿਲਾ ਕੀਤਾ ਕਿ ਇਤੀ ਮਾਰ ਪਈ ਕਰ ਲਾਣੇ ਤੈਂ ਕੀ ਦਰਦ ਨਾ ਆਇਆ, ਤੈਨੂੰ ਦਰਦ ਨਹੀਂ ਆਇਆ ਹੈ ਪ੍ਰਭੂ। ਤਾਂ ਅਸਲ ਵਿੱਚ ਇਹ ਸਾਡੀ ਆਪਣੇ ਤਲ ਦੀ ਸੋਚਣੀ ਦੀ ਗੱਲ ਹੈ। ਅਸੀਂ ਆਪਣੇ ਵਰਗੀ ਸੋਚ ਗੁਰੂ ਨਾਨਕ ਦੇ ਜ਼ਿੰਮੇ ਲਗਾ ਰਹੇ ਹਾਂ। ਗੁਰੂ ਨਾਨਕ ਨੇ ਪਰਮਾਤਮਾ ਨੂੰ ਕੋਈ ਗਿਲਾ ਨਹੀਂ ਕੀਤਾ। ਉਹ ਤਾਂ ਰਾਹ ਦੇ ਵਿੱਚ ਕਹਿ ਹੀ ਰਹੇ ਹਨ ਕਿ ਤੂੰ ਸਭਨਾ ਕਾ ਸੋਈ, ਤੂੰ ਸਭ ਦਾ ਮਾਲਕ ਹੈ। ਤੂੰ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਤੂੰ ਕੋਈ ਅਹਿਮਦਾਬਾਦ ਦੇ ਲੋਕਾਂ ਦੇ ਨਾਲ ਕੋਈ ਜ਼ਿਆਦਤੀ ਨਹੀਂ ਕੀਤੀ, ਜ਼ੁਲਮ ਨਹੀਂ ਕੀਤਾ। ਇੱਕ ਸ਼ਕਤੀਵਾਨ ਨੇ ਦੂਜੇ ਸ਼ਕਤੀਵਾਨ ਤੇ ਹਮਲਾ ਕੀਤਾ, ਉਹਨੂੰ ਉਹਦਾ ਫਰਜ਼ ਸੀਗਾ ਕਿ ਉਹ ਤਿਆਰੀ ਕਰਕੇ ਰੱਖਦਾ। ਉਹਨੂੰ ਪਤਾ ਸੀਗਾ ਬਾਬਰ ਹਮਲਾ ਕਰਨ ਆ ਰਿਹਾ ਹੈ, ਪਰ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਤਾਂ ਕਈ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਨਿਆ ਧਾਇਆ। ਇਹ ਉਹਨਾਂ ਨੂੰ ਇਹ ਲੱਗਿਆ ਕਿ ਬਈ ਅਸੀਂ ਇਹਦੇ ਨਾਲ ਹੀ ਉਹਨੂੰ ਰੋਕ ਲਵਾਂਗੇ, ਪਰ ਕੋਈ ਮੁਗਲ ਨਾ ਹੋ ਆਉਂਦਾ, ਕਿਹਨੇ ਨਾ ਪਰਚਾ ਲਾਇਆ। ਜੇ ਉਹਨਾਂ ਨੇ ਆਪਣੇ ਫਰਜ਼ ਦੀ ਕੁਤਾਹੀ ਕੀਤੀ ਤਾਂ ਉਹਨਾਂ ਨੂੰ ਸਜ਼ਾ ਤਾਂ ਭੁਗਤਣੀ ਹੀ ਪੈਣੀ ਸੀ। ਅਸਲ ਵਿੱਚ ਜਿਹੜੀ ਇਹ ਪੰਕਤੀ ਹੈ, ਇਹ ਇਤੀ ਮਾਰ ਪਈ ਕਰ ਲਾਣੇ ਤੈਂ ਕੀ ਦਰਦ ਨਾ ਆਇਆ, ਇਹ ਸਟੇਟਮੈਂਟ ਹੈ, ਫੁੱਲ ਸਟਾਪ ਹੈ, ਇੱਥੇ ਕੁਐਸਚਨ ਮਾਰਕ ਨਹੀਂ ਹੈ ਕਿ ਬਈ ਇਹਨਾਂ ਨੇ ਆਪਣੀ ਕੀਤੀ ਹੋਈ ਕੁਤਾਹੀ ਕਰਕੇ, ਆਪਣੇ ਫਰਜ਼ ਦੀ ਅਣਗਹਿਲੀ ਕਰਨ ਕਰਕੇ ਇਤਨੀ ਮਾਰ ਪਈ, ਇਹਨਾਂ ਨੂੰ ਕੁਰਲਾਹਟ ਮਚੀ, ਪਰ ਤੈਨੂੰ ਇਸ ਕਰਕੇ ਦਰਦ ਨਹੀਂ ਆਇਆ ਕਿਉਂਕਿ ਇਹ ਤੇਰੇ ਨਿਆਇਕ ਸਿਸਟਮ ਦੇ ਅਧੀਨ ਹੀ ਸੀਗਾ ਕਿ ਜਿਹੜਾ ਆਪਣੇ ਫਰਜ਼ ਤੋਂ ਕੁਤਾਹੀ ਕਰੇਗਾ ਉਹ ਸਜ਼ਾ ਭੁਗਤੇਗਾ। ਕੋਈ ਇਹਦੇ 'ਚ ਕੋਈ ਜ਼ਿਆਦਤੀ ਵਾਲੀ ਗੱਲ ਵੀ ਨਹੀਂ ਹੈ, ਇਹਦੇ 'ਚ ਕੋਈ ਰੋਸ ਗਿਲੇ ਵਾਲੀ ਗੱਲ ਵੀ ਨਹੀਂ ਹੈ। तो इस करके गुरु पातशाह स्पष्ट कर रहे हैं कि रोज करने वाली गल है ही नहीं है। तेरा जो सिस्टम बनया होया है, तो जो तू ਨਿਆਂ ਬਣਾਇਆ ਹੈ ਦੁਨੀਆ ਦੇ ਵਿੱਚ, ਉਹਦੇ ਮੁਤਾਬਕ ਹੀ ਜੋ ਕੁਝ ਵਾਪਰਿਆ ਹੈ। ਜੇ ਕਿਸੇ ਨੂੰ ਨਹੀਂ ਸਮਝ ਪਈ ਤਾਂ ਇਹ ਉਹਦਾ ਕਸੂਰ ਹੈ, ਉਹ ਪਰਮਾਤਮਾ ਨੂੰ ਗਿਲਾ ਕਰ ਸਕਦਾ ਹੈ, ਪਰ ਗੁਰੂ ਪਾਤਸ਼ਾਹ ਗੁਰੂ ਪਰਮਾਤਮਾ ਦੇ ਅੱਗੇ ਕੋਈ ਗਿਲਾ ਨਹੀਂ ਕਰਦੇ। ਔਰ ਜੋ ਤਿਲਕ ਰਾਗ ਦਾ ਚੌਥਾ ਸ਼ਬਦ ਹੈ, ਉਹਦੇ ਵਿੱਚ ਵੀ ਅਖੀਰ ਤੇ ਗੁਰੂ ਪਾਤਸ਼ਾਹ ਨੇ ਗੱਲ ਉਹੀ ਆਖੀ ਹੈ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਸੱਚ ਦੀ ਬਾਣੀ ਹੈ, ਅਕਾਲ ਪੁਰਖ ਦਾ ਹੀ ਹੁਕਮ ਹੈ, ਔਰ ਅਕਾਲ ਪੁਰਖ ਦਾ ਜੋ ਸੱਚ ਦਾ ਫਰਮਾਨ ਹੈ, ਉਹੀ ਸੱਚ ਦੇ ਵੇਲੇ ਹੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ ਕਿ ਮੈਂ ਸੁਣਾ ਰਿਹਾ ਹਾਂ। ਜੇ ਕਿਸੇ ਨੂੰ ਨਹੀਂ ਸਮਝ ਪੈ ਰਹੀ ਤੇ ਉਹਦਾ ਆਪਣਾ ਦੋਸ਼ ਹੈ, ਉਹਨੂੰ ਪਰਮਾਤਮਾ ਦੀ ਰਜ਼ਾ ਦਾ ਅਰਥ ਸਮਝਣਾ ਚਾਹੀਦਾ ਹੈ, ਉਹਦੇ ਅੱਗੇ ਸਿਰ ਨਿਵਾਉਣਾ ਚਾਹੀਦਾ ਹੈ, ਉਹਦੇ ਹੁਕਮ ਦੀ ਸੋਝੀ ਹੋਣੀ ਚਾਹੀਦੀ ਹੈ, ਔਰ ਉਹਦੇ ਮੁਤਾਬਕ ਜੋ ਆਪਣਾ ਫਰਜ਼ ਬਣਦਾ ਹੈ ਉਸਨੂੰ ਪੂਰਾ ਕਰਨਾ ਚਾਹੀਦਾ ਹੈ। ਜੇ ਕੋਈ ਜੀਵ ਮਨੁੱਖਾ ਜੀਵਨ ਪਾ ਕੇ ਵੀ ਸਾਰੀ ਜ਼ਿੰਦਗੀ ਮਾਇਆ ਵਿੱਚ ਖਚਤ ਰਵੇ ਔਰ ਐਸ਼ੋ ਇਸ਼ਰਤ ਕਰਦਾ ਰਵੇ, ਕੋਈ ਢੰਗ ਦਾ ਕੰਮ ਹੀ ਨਾ ਕਰੇ, ਤੇ ਫਿਰ ਉਹਨੂੰ ਜੇ ਜੀਵਨ ਵਿੱਚ ਤੇ ਸਜ਼ਾ ਭੁਗਤਣੀ ਪਵੇ, ਜੇ ਜਨਮ ਮਰਨ ਦੇ ਗੇੜ 'ਚ ਮੁੜ ਕੇ ਪੈਣਾ ਪਵੇ, ਤੇ ਫਿਰ ਉਹ ਕੰਪਲੇਂਟ ਕਰੇ ਜੀ ਕਿ ਮੈਨੂੰ ਕਿਉਂ ਮੁੜ ਕੇ ਜਨਮ ਵਿੱਚ ਪਾਇਆ ਗਿਆ ਹੈ, ਦੂਜਿਆਂ ਨੂੰ ਤੇ ਬੰਦ ਖਲਾਸੀ ਮਿਲ ਗਈ ਹੈ, ਮੈਨੂੰ ਕਿਉਂ ਨਹੀਂ ਮਿਲੀ, ਤਾਂ ਇਹ ਨਜਾਇਜ਼ ਹੋਏ। ਜਿਸ ਮਕਸਦ ਵਾਸਤੇ ਮਨੁੱਖਾ ਜੀਵਨ ਮਿਲਿਆ ਹੈ, ਜੇ ਉਹ ਨਹੀਂ ਪੂਰਾ ਕੀਤਾ ਤਾਂ ਉਹਦੀ ਸਜ਼ਾ ਤਾਂ ਭੁਗਤਣੀ ਪੈਣੀ ਹੈ। ਜੇ ਕਿਸੇ ਬੱਚੇ ਨੇ ਸਾਰਾ ਸਾਲ ਸਕੂਲ ਜਾ ਕੇ ਵੀ ਪੜ੍ਹਾਈ ਨਹੀਂ ਕੀਤੀ, ਪੜ੍ਹਾਈ ਵੱਲ ਧਿਆਨ ਨਹੀਂ ਕੀਤਾ ਤੇ ਇਮਤਿਹਾਨ 'ਚੋਂ ਫੇਲ ਹੋ ਗਿਆ ਹੈ, ਤੇ ਉਹਨੂੰ ਉਸੇ ਪੁਰਾਣੀ ਦੂਜੀ ਕਲਾਸ 'ਚ ਮੁੜ ਕੇ ਪੜ੍ਹਨਾ ਪੈ ਰਿਹਾ ਹੈ, ਤੇ ਉਹ ਫਿਰ ਰੋਜ਼ ਕਿਉਂ ਕਰੇ? ਉਹਦਾ ਰੋਜ਼ ਕਰਨਾ ਨਹੀਂ ਬਣਦਾ ਕਿ ਬਾਕੀ ਸਾਰੇ ਵਿਦਿਆਰਥੀ ਦਾ ਪਾਸ ਹੋ ਗਏ ਨੇ, ਮੈਂ ਇਕੱਲਾ ਫੇਲ ਹੋ ਗਿਆ। ਤੇ ਬਈ ਤੂੰ ਇਕੱਲਾ ਹੀ ਸੀ ਜਿਹਨੇ ਆਪਣੀ ਪੜ੍ਹਾਈ ਨੂੰ ਨਹੀਂ ਧਿਆਨ ਦਿੱਤਾ, ਜਿਨ੍ਹਾਂ ਨੇ ਧਿਆਨ ਦਿੱਤਾ ਉਹ ਪਾਸ ਹੋ ਗਏ। तो जगत ਵਿੱਚ ਤਾਂ ਵੈਸੇ ਠੀਕ ਹੈ ਕਿ ਕੋਟ ਮਦੇ ਕੋਈ ਵਿਰਲਾ ਸੇਵਕ ਤੇ ਕੋਈ ਵਿਰਲੇ ਹੀ ਹੁੰਦੇ ਹਨ ਜਿਹੜੇ ਪਾਸ ਹੁੰਦੇ ਆ, ਬਹੁਤੇ ਤਾਂ ਫੇਲ ਹੋ ਕੇ ਮੁੜ ਕੇ ਜਨਮ ਮਰਨ ਦੇ ਗੇੜ ਵਿੱਚ ਹੀ ਪੈਂਦੇ ਹਨ, ਪਰ ਪਾਸ ਉਹੀ ਹੁੰਦੇ ਹਨ ਜਿਹੜੇ ਮਨੁੱਖਾ ਜੀਵਨ ਦੇ ਮਨੋਰਥ ਨੂੰ ਸਮਝ ਕੇ ਉਹਦੇ ਮੁਤਾਬਕ ਜੀਵਨ ਜਿਉਂਦੇ ਹਨ। तो ਕਹਿਣ ਤੋਂ ਭਾਵ ਕਿ ਆਮ ਜਨਤਾ, ਦੁਨੀਆਦਾਰ ਲੋਕ ਜਦੋਂ ਕੋਈ ਐਸਾ ਵੱਡਾ ਇਵੈਂਟ ਹੋ ਜਾਂਦਾ ਹੈ, ਵੱਡੀ ਘਟਨਾ ਘਟ ਜਾਂਦੀ ਹੈ, ਤਾਂ ਕਿਉਂਕਿ ਉਹਨਾਂ ਦੀ ਮਰਜ਼ੀ ਮੁਤਾਬਕ ਨਹੀਂ ਹੁੰਦੀ, ਉਹਨਾਂ ਨੂੰ ਲੱਗਦਾ ਹੈ ਕਿ ਇਹ ਪ੍ਰਮਾਤਮਾ ਵੱਲੋਂ ਕੋਈ ਜ਼ੁਲਮ ਹੋ ਗਿਆ, ਕੋਈ ਜ਼ਿਆਦਤੀ ਹੋ ਗਈ ਹੈ। ਪਰ ਗੁਰੂ ਸਾਹਿਬ ਦੀ ਮੱਤ ਇਹ ਨਹੀਂ ਹੈ। ਇਹਨਾਂ ਚਾਰਾਂ ਹੀ ਬਾਬਰ ਬਾਣੀ ਦੇ ਸ਼ਬਦਾਂ ਦੇ ਅੰਦਰ ਪਰਮਾਤਮਾ ਦਾ ਨਿਆਂ ਦੀ ਗੱਲ, ਪਰਮਾਤਮਾ ਦੇ ਜੋ ਸਰਬ ਮਨੁੱਖਤਾ ਦੇ ਵਾਸਤੇ ਇੱਕੋ ਨਿਯਮ ਲਾਗੂ ਕਰਨਾ, ਸੱਚ ਦੀ ਗੱਲ ਕਰਨ ਦੀ ਗੱਲ ਹੀ ਕੀਤੀ ਗਈ ਹੈ। ਗੁਰੂ ਇਤਿਹਾਸ ਦੇ ਅੰਦਰ ਹੋਰ ਵੀ ਕਈ ਐਸੀਆਂ ਘਟਨਾਵਾਂ ਹੋਈਆਂ ਹਨ ਜਿਹੜੀਆਂ ਆਮ ਬੁੱਧੀ ਵਾਲੇ ਇਨਸਾਨ ਨੂੰ ਲੱਗਦਾ ਹੈ ਕਿ ਵੀ ਇਹ ਕਿਉਂ ਹੋ ਗਿਆ, ਤੇ ਜ਼ਿਆਦਤੀ ਹੈ। ਚਾਹੇ ਉਹ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਹੈ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੈ, ਸਾਹਿਬਜ਼ਾਦਿਆਂ ਦੀ ਸ਼ਹਾਦਤ ਹੈ। ਕਈ ਲੋਕਾਂ ਨੂੰ ਬਹੁਤ ਜ਼ਿਆਦਾ ਇਹੋ ਜਿਹੇ ਗੱਲਾਂ ਕਰਦੇ ਹਨ ਸੁਣਿਆ ਗਿਆ ਹੈ, ਇਹ ਕੁਝ ਪਤਾ ਨਹੀਂ ਕਿਵੇਂ ਹੋ ਗਿਆ, ਪਰਮਾਤਮਾ ਨੇ ਐਸਾ ਕੁਝ ਕਿਉਂ ਕਰ ਦਿੱਤਾ। ਪਰ ਗੁਰੂ ਸਾਹਿਬ ਦਾ ਆਪਣਾ ਕੀ ਰਿਸਪੌਂਸ ਹੈ,
ਗੁਰੂ ਅਰਜਨ ਪਾਤਸ਼ਾਹ ਨੇ ਆਪਣੇ ਸ਼ਬਦਾਂ ਵਿੱਚ ਇਹ ਗੱਲ ਬੜੇ ਸਪਸ਼ਟ ਕਰਕੇ ਕਹਿ ਦਿੱਤੀ ਹੈ, ਉਲਾਹਨੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਜਾਂ ਈਵਨ ਜਿਵੇਂ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਸਾਈਂ ਮੀਆਂ ਮੀਰ ਆ ਕੇ ਵੀ ਜਦੋਂ ਬੜਾ ਦੁਖੀ ਹੋ ਕੇ ਗੁਰੂ ਅਰਜਨ ਪਾਤਸ਼ਾਹ ਦੇ ਸਾਹਮਣੇ ਗੱਲ ਕਰ ਰਿਹਾ ਹੈ, ਤਾਂ ਤੱਤੀ ਤਵੀ ਦੇ ਉੱਤੇ ਬੈਠੇ ਹੋਏ ਗੁਰੂ ਅਰਜਨ ਪਾਤਸ਼ਾਹ ਨੇ ਵੀ ਉਦੋਂ ਇਹੀ ਫਰਮਾਨ ਕੀਤਾ ਸੀ, ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਪਰਮਾਤਮਾ ਦਾ ਕੀਤਾ ਹੋਇਆ ਸਾਨੂੰ ਮਿੱਠਾ ਹੀ ਲੱਗ ਰਿਹਾ ਹੈ। ਸਾਈਂ ਜੀ ਇਹਦੇ ਵਿੱਚ ਕੋਈ ਕਲਪਨ ਦੀ, ਕੋਈ ਦੁਖੀ ਹੋਣ ਦੀ ਕੋਈ ਗੱਲ ਹੈ ਹੀ ਨਹੀਂ ਹੈ। ਸੋ ਇਹੀ ਗੱਲ ਇਸ ਰਾਹੋਂ ਦੇ ਬੰਦ ਦੇ ਅੰਦਰ ਗੁਰੂ ਪਾਤਸ਼ਾਹ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਹਨ ਕਿ ਪਰਮਾਤਮਾ ਦੀ ਐਸੀ ਸ਼ਕਤੀ ਹੈ ਕਿ ਸਭ ਕੁਝ ਦੁਨੀਆ ਵਿੱਚ ਉਹਦੀ ਰਜ਼ਾ ਦੇ ਅਨੁਸਾਰ ਹੀ ਹੁੰਦਾ, ਉਹਦੇ ਹੁਕਮ ਦੇ ਅਨੁਕੂਲ ਹੀ ਹੁੰਦਾ ਹੈ। ਉਹ ਕਿਸੇ ਦੇ ਨਾਲ ਅਨਿਆਂ ਨਹੀਂ ਕਰਦਾ, ਉਹ ਮਿਹਰਬਾਨ ਹੈ, ਉਸ ਦੁਸ਼ਟਾਂ ਦਾ ਨਾਸ਼ ਕਰਨ ਵਾਲਾ ਹੈ। ਕਿਸੇ ਨੂੰ ਦੁਸ਼ਟ ਨੂੰ ਨਾਸ਼ ਵੀ ਤਾਂ ਹੀ ਕਰਦਾ ਹੈ ਕਿ ਜੇ ਉਸ ਦੁਸ਼ਟ ਨੇ ਕੋਈ ਦੁਸ਼ਟਤਾ ਕੀਤੀ ਹੁੰਦੀ ਹੈ, ਉਹਨੇ ਕੋਈ ਕੁਕਰਮ ਕੀਤੇ ਹੁੰਦੇ ਹਨ, ਤਾਂ ਹੀ ਉਹਨਾਂ ਨੂੰ ਸਜ਼ਾ ਦਿੰਦਾ ਹੈ। ਪਰ ਉਹ ਸਾਰਿਆਂ ਨੂੰ ਪਾਲਣਾ ਕਰਨ ਵਾਲਾ ਹੈ, ਸਭ ਨੂੰ ਦਾਤਾ ਦੇਣ ਵਾਲਾ ਹੈ, ਮਿਹਰਬਾਨ ਹੈ। ਇਸ ਚੀਜ਼ ਵਿੱਚ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਹੋਣਾ ਨਹੀਂ ਚਾਹੀਦਾ। ਔਰ ਬਾਬਰ ਬਾਣੀ ਦੇ ਸ਼ਬਦਾਂ ਦੇ ਅੰਦਰ ਵੀ ਇਸੇ ਗੱਲ ਨੂੰ ਹੀ ਦ੍ਰਿੜ ਕਰਵਾਇਆ ਗਿਆ ਹੈ ਕਿ ਪਰਮਾਤਮਾ ਨਿਆਂਕਾਰਕ ਹੈ। ਜੇ ਸ਼ਕਤਾ ਸ਼ਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਔਰ ਗੁਰੂ ਅਰਜਨ ਪਾਤਸ਼ਾਹ ਨੇ ਵੀ ਇਹਨਾਂ ਪੰਕਤੀਆਂ ਦੇ ਅੰਦਰ ਇਹੀ ਗੱਲ ਦ੍ਰਿੜ ਕਰਵਾਈ ਹੈ, ਉਲਾਹਨੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਇਸ ਪ੍ਰਿਸ਼ਠ ਭੂਮੀ ਨੂੰ, ਇਸ ਸਿਧਾਂਤ ਨੂੰ ਜੋ ਰਾਹੋਂ ਦੀ ਪੰਕਤੀ ਵਿੱਚ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਪੇਸ਼ ਕੀਤਾ ਹੈ ਕਿ ਪਰਮਾਤਮਾ ਨਿਆਂਪੂਰਕ ਹੈ, ਸਭ ਦੀ ਪਾਲਣਾ ਕਰਨ ਵਾਲਾ ਹੈ, ਮਿਹਰਬਾਨ ਹੈ, ਇਸ ਨੂੰ ਧਿਆਨ ਵਿੱਚ ਰੱਖ ਕੇ ਆਓ ਹੁਣ ਬਾਕੀ ਦੇ ਸ਼ਬਦ ਦੀ ਆਪਾਂ ਵਿਚਾਰ ਅੱਗੇ ਕਰਦੇ ਹਾਂ। ਉਹ ਸ਼ਬਦ ਦੀ ਆਰੰਭਤਾ ਹੁੰਦੀ ਹੈ 9 7 14 3 4 ਕਰ ਮਹਿਲਤ 4 ਬਹਾਲੀ, ਚਾਰੇ ਦੀਵੇ ਚੌ ਹੱਥ ਦੀਏ, ਏਕਾ ਏਕਾ ਵਾਰੀ। ਇਸ ਸ਼ਬਦ ਦੀ ਪ੍ਰਿਸ਼ਠ ਭੂਮੀ ਵਿੱਚ ਬੈਕਗ੍ਰਾਉਂਡ ਵਿੱਚ ਇੱਕ ਗੱਲ ਸਮਝਣ ਵਾਲੀ ਹੈ ਜੋ ਜ਼ਰੂਰੀ ਹੈ ਕਿ ਕੋਈ ਵਕਤ ਸੀ ਜਦੋਂ ਭਾਰਤ ਦੇ ਅੰਦਰ ਹਿੰਦੂ ਰਾਜ ਸੀ, ਲੋਕਾਂ ਦੀ ਬੋਲੀ ਵੀ ਸੰਸਕ੍ਰਿਤ ਵਰਗੀ ਹਿੰਦੀ ਸੀ, ਔਰ ਜੋ ਉਹਨਾਂ ਦੇ ਧਰਮ ਗ੍ਰੰਥਾਂ ਦੇ ਅੰਦਰ ਜੋ ਚੀਜ਼ ਉਪਦੇਸ਼ ਕੀਤੇ ਹੋਏ ਸਨ, ਲੋਕਾਂ ਦੇ ਜ਼ਿਹਨ ਦੇ ਅੰਦਰ ਉਹਨਾਂ ਦੀ ਸੋਚ ਦੇ ਅੰਦਰ ਉਹ ਗੱਲਾਂ ਪੱਕੀਆਂ ਬੈਠੀਆਂ ਹੋਈਆਂ ਸਨ। ਉਹਨਾਂ ਦੇ ਦਿਮਾਗਾਂ ਦੇ ਵਿੱਚ ਪੱਕਾ ਬੈਠਿਆ ਹੋਇਆ ਸੀ ਕਿ ਧਰਤੀ 9 ਖੰਡ ਦੀ ਹੈ, ਇਸ ਧਰਤੀ ਦੇ 7 ਦੀਪ ਹਨ, 14 ਭਵਨ ਹੈ, 3 ਲੋਕ ਨੇ, ਇੱਕ ਸੁਰਗ ਹੈ, ਇੱਕ ਮਾਤ ਲੋਕ ਹੈ, ਇੱਕ ਪਤਾਲ ਲੋਕ ਹੈ, ਫਿਰ 4 ਯੁਗਾਂ ਦੀ ਗੱਲ ਹੁੰਦੀ ਸੀ ਤੇ 4 ਖਾਣੀਆਂ ਦੀ ਗੱਲ ਹੁੰਦੀ ਸੀ। ਇਹ ਸਾਰੇ ਜੋ ਹਿੰਦੂ ਧਾਰਮਿਕ ਪੁਸਤਕਾਂ ਦੇ ਅੰਦਰ ਕਨਸੈਪਟ ਜਿਹੜੇ ਉਹਨਾਂ ਨੂੰ ਸਿਖਾਏ ਗਏ ਸੈਂਕੜੇ ਹਜ਼ਾਰਾਂ ਸਾਲਾਂ ਤੋਂ, ਇਹ ਉਹਨਾਂ ਦੀ ਆਮ ਬੋਲਚਾਲ ਦੇ ਅੰਦਰ ਪ੍ਰਚਲਿਤ ਸਨ। ਤਾਂ ਉਹਨਾਂ ਹੀ ਵਿਸ਼ਵਾਸਾਂ ਦਾ, ਉਹਨਾਂ ਫਿਕਰਿਆਂ ਦਾ, ਉਹਨਾਂ ਫਰੇਜ਼ਿਸ ਦਾ ਗੁਰੂ ਸਾਹਿਬ ਨੇ ਇਸ ਪੰਕਤੀ ਦੇ ਅੰਦਰ ਜ਼ਿਕਰ ਕੀਤਾ ਹੈ ਕਿ ਆਮ ਬੋਲਚਾਲ ਵਿੱਚ ਸਮਾਜ ਦੇ ਅੰਦਰ ਇਹ ਵਿਸ਼ਵਾਸ ਪ੍ਰਚਲਿਤ ਸਨ ਕਿ 9 ਖੰਡ 7 ਦੀਪ 14 ਭਵਨ 3 ਲੋਕ ਅਤੇ 4 ਯੁੱਗ ਬਣਾ ਕੇ ਪਰਮਾਤਮਾ ਨੇ ਚਾਰੋਂ ਖਾਣੀਆਂ ਦੀ ਰਾਹੀਂ ਇਸ ਸ੍ਰਿਸ਼ਟੀ ਰੂਪ ਹਵੇਲੀ ਨੂੰ ਵਸਾ ਦਿੱਤਾ ਹੈ। ਔਰ ਚਾਰਾਂ ਵੇਦਾਂ ਦਾ, ਚਾਰੇ ਦੀਵੇ, ਦੀਵੇ ਦਾ ਕੰਮ ਹੁੰਦਾ ਹੈ ਚਾਨਣ ਦੇਣਾ, ਔਰ ਗਿਆਨ ਪੁਸਤਕਾਂ ਦਾ, ਧਰਮ ਪੁਸਤਕਾਂ ਦਾ ਕੰਮ ਵੀ ਹੁੰਦਾ ਹੈ ਗਿਆਨ ਦਾ ਚਾਨਣ ਵੰਡਣਾ। ਉਹ ਇਹ ਦੀਵੇ ਜੋ ਹੈ ਇੱਥੇ ਵੇਦਾਂ ਦੇ ਰੈਫਰੈਂਸ ਵਿੱਚ ਆਏ ਹਨ, ਚਾਰੇ ਦੀਵੇ ਚੌ ਹੱਥ ਦੀਏ, ਚੌ ਹੱਥ ਦੀਏ 4 ਹੱਥਾਂ 'ਚ ਦੇ ਦਿੱਤੇ, ਮਤਲਬ ਏਕਾ ਵਾਰੀ ਇੱਕ ਇੱਕ ਕਰਕੇ 4 ਯੁਗਾਂ ਦੇ ਵਿੱਚ ਇਹ ਜਿਹੜੇ ਹਨ ਵੇਦ ਜਿਵੇਂ ਪ੍ਰਗਟ ਹੋਏ ਗਿਣੇ ਜਾਂਦੇ ਹਨ। ਤੋ ਆਪੋ ਆਪਣੀ ਵਾਰੀ ਇਨਸਾਨੀਅਤ ਦੇ ਗਿਆਨ ਵਾਸਤੇ, ਉਹਨਾਂ ਦੀ ਸਮਝ ਵਾਸਤੇ ਇਹ 4 ਵੇਦ ਜਿਹੜੇ ਹਨ ਇਹ ਪ੍ਰਗਟ ਹੋਏ। ਇਹ ਰੈਫਰੈਂਸ ਹੈ ਜੋ ਉਸ ਵਕਤ ਦੇ ਭਾਰਤੀ ਸਮਾਜ ਦੇ ਵਿੱਚ ਜੋ ਪ੍ਰੀਡੋਮੀਨੈਂਟਲੀ ਬਹੁਤਾਤ ਲੋਕ ਜਿਹੜੇ ਸਨ ਉਹ ਹਿੰਦੂ ਮਤ ਦੇ ਹੀ ਫਾਲੋਅਰ ਸਨ। ਉਸ ਵੇਲੇ ਜੋ ਕੁਝ ਲੋਕਾਂ ਦੇ ਮਨਾਂ 'ਚ ਵਿਸ਼ਵਾਸ ਬੈਠੇ ਹੋਏ ਸਨ, ਉਸ ਬੈਕਗ੍ਰਾਉਂਡ ਦਾ ਜ਼ਿਕਰ ਗੁਰੂ ਨਾਨਕ ਪਾਤਸ਼ਾਹ ਇੱਥੇ ਕਰ ਰਹੇ ਹਨ। तो 9 खंड 7 दीप 14 भवन 3 लोक, स्वर्ग मातलोक ते पताल लोक, ये बना के परमात्मा ने
ਚਾਰ ਖਾਣੀਆਂ ਦੇ ਰਾਹੀਂ ਅੰਡਜ, ਜੇਰਜ, ਉਤਪਜ, ਸੇਤਜ, ਇਹ ਉਤਪਤੀ ਦੇ ਚਾਰ ਸਾਧਨ ਮੰਨੇ ਜਾਂਦੇ ਸੀਗੇ। ਤੋ ਉਹਨਾਂ ਦੇ ਰਾਹੀਂ ਹੀ ਪਰਮਾਤਮਾ ਨੇ ਇਸ ਸ੍ਰਿਸ਼ਟੀ ਰੂਪੀ ਹਵੇਲੀ ਨੂੰ ਵਸਾ ਦਿੱਤਾ। ਮਹਿਲਤ ਦਾ ਅਰਥ ਹੈ ਇਹ ਮਹਿਲ ਜਾਂ ਇਹ ਹਵੇਲੀ। ਉਹ ਇਹ ਸ੍ਰਿਸ਼ਟੀ ਦੇ ਵਾਸਤੇ ਆਇਆ ਹੈ। ਚਾਰ ਜੋ ਦੂਜੀ ਵਾਰੀ ਆਇਆ, ਪਹਿਲੀ ਵਾਰੀ ਚਾਰ ਜਿਹੜਾ ਆਇਆ ਉਹਦੇ ਵਿੱਚ ਚਾਰ ਜੁਗਾਂ ਦੀ ਗੱਲ ਹੈ। ਚਾਰ ਤੇ ਦੂਜਾ ਵਾਰੀ ਚਾਰ ਜਿਹੜਾ ਆਇਆ ਹੈ ਉਹਦਾ ਅਰਥ ਹੈ ਚਾਰੇ ਖਾਣੀਆਂ, ਉਤਪਤੀ ਦੇ ਚਾਰ ਢੰਗ। ਤੋ ਉਹਨਾਂ ਚਾਰ ਖਾਣੀਆਂ ਦੇ ਰਾਹੀਂ, ਚਾਰ ਉਤਪਤੀ ਦੇ ਢੰਗਾਂ ਦੇ ਰਾਹੀਂ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਹੋਈ। ਇਹਨਾਂ ਲੋਕਾਂ ਹੀ ਜੋ ਹੈ ਜਿਹੜੀ ਉਹ ਪੈਦਾ ਕੀਤਾ ਗਿਆ, ਇਹ ਸ੍ਰਿਸ਼ਟੀ ਵਸ ਗਈ। ਤੇ ਫਿਰ ਇਸ ਸ੍ਰਿਸ਼ਟੀ ਨੂੰ ਗਿਆਨ ਦੇਣ ਦੀ ਖਾਤਰ ਚਾਰਾਂ ਵੇਦਾਂ ਦੀ ਚਾਰੋਂ ਯੁਗਾਂ ਦੇ ਅੰਦਰ ਵਾਰੀ-ਵਾਰੀ ਪ੍ਰਗਟ ਹੋ ਕੇ ਇਹ ਲੋਕਾਈ ਦੇ ਭਲੇ ਵਾਸਤੇ ਚਾਰੋਂ ਗ੍ਰੰਥ ਜਿਹੜੇ ਸਨ ਪ੍ਰਗਟ ਹੋਏ। ਇਹ ਆਮ ਭਾਰਤੀ ਸਮਾਜ ਦੇ ਅੰਦਰ, ਹਿੰਦੂ ਸਮਾਜ ਦੇ ਅੰਦਰ ਇਹ ਪ੍ਰਚਲਿਤ ਵਿਸ਼ਵਾਸ ਸੀਗੇ, ਜਿਹਦਾ ਵਰਣਨ ਇਸ ਪਹਿਲੇ ਪਦੇ ਵਿੱਚ ਗੁਰੂ ਸਾਹਿਬ ਨੇ ਕੀਤਾ ਹੈ। ਉਹ ਜੋ ਇਹ ਉਸ ਵਕਤ ਦੀ ਬੈਕਗ੍ਰਾਉਂਡ ਦੇ ਕੇ ਅੱਗੇ ਗੱਲ ਜੋ ਅੱਗੇ ਅਸ਼ਟਪਦੀ ਦੇ ਵਿੱਚ ਸਪਸ਼ਟ ਹੋ ਕੇ ਆਏਗੀ ਕਿ ਫਿਰ ਜਦੋਂ ਸਮਾਂ ਬਦਲਦਾ ਹੈ ਤਾਂ ਫਿਰ ਮੁਸਲਮਾਨੀ ਰਾਜ ਆ ਜਾਂਦਾ ਹੈ, ਤਾਂ ਉਦੋਂ ਕੀ ਕੁਝ ਵਰਤਦਾ ਹੈ, ਕੀ ਕੁਝ ਤਬਦੀਲੀਆਂ ਆਉਂਦੀਆਂ ਹਨ। ਇਹ ਇਸ ਸ਼ਬਦ ਦੇ ਅੰਦਰ ਜੋ ਹੈ ਉਹਨੂੰ ਵਰਤ ਕੇ ਤੇ ਫਿਰ ਗੱਲ ਅਖੀਰ ਦੇ ਨਿਰਣਾ ਗੁਰੂ ਸਾਹਿਬ ਨੇ ਇਹੀ ਕਰਨਾ ਹੈ ਕਿ ਵੀ ਸਭ ਕੁਝ ਜੋ ਹੋ ਰਿਹਾ ਹੈ ਇਹ ਭਾਵੇਂ ਕਿਸੇ ਨੂੰ ਪਸੰਦ ਆਇਆ ਚਾਹੇ ਨਹੀਂ ਆਇਆ, ਹਿੰਦੂ ਸਮਾਜ ਦੇ ਲੋਕਾਂ ਨੂੰ ਆਪਣਾ ਪੁਰਾਣਾ ਗੌਰਵਮਈ ਇਤਿਹਾਸ ਯਾਦ ਕਰ ਕਰਕੇ ਬੜਾ ਦੁੱਖ ਤਕਲੀਫ ਹੁੰਦੀ ਸੀ, ਬੜੇ ਕਲਪਦੇ ਸਨ ਕਿ ਵੀ ਇਹ ਕੀ ਹੋ ਗਿਆ, ਸਾਡਾ ਇੰਨਾ ਸੋਹਣਾ 골ਡਨ ਪੀਰੀਅਡ ਹੁੰਦਾ ਸੀਗਾ ਤੇ ਹੁਣ ਮੁਗਲਾਂ ਦਾ ਰਾਜ ਹੋ ਗਿਆ ਤੇ ਹੁਣ ਕੀ ਹਾਲਾਤ ਬਣ ਗਏ ਹਨ। ਤੇ ਲੋਕ ਜੋ ਕਲਪਦੇ ਸੀਗੇ ਤਾਂ ਉਹਦੇ ਵਿਰੁੱਧ ਗੁਰੂ ਸਾਹਿਬ ਦਾ ਵਿਸ਼ਵਾਸ ਜੋ ਸੀ, ਭਰੋਸਾ ਇਹ ਸੀ ਕਿ ਜੋ ਕੁਝ ਹੁੰਦਾ ਹੈ ਉਹ ਪਰਮਾਤਮਾ ਦੀ ਰਜ਼ਾ ਦੇ ਅਨੁਕੂਲ ਹੀ ਹੁੰਦਾ। ਜਿਹੜੀ ਗੱਲ ਉਹਨਾਂ ਨੇ ਰਾਓ ਦੇ ਬੰਦ ਵਿੱਚ ਵੀ ਕੀਤੀ ਹੈ, ਉਹ ਇਸ ਲਈ ਰੋਸ ਗਿਲਾ ਕਰਨ ਵਾਲੀ ਕੋਈ ਗੱਲ ਹੈ ਨਹੀਂ ਹੈ। तो ਅੱਗੇ ਜਿਵੇਂ ਹਾਲਾਤ ਬਦਲਦੇ ਹਨ ਉਹਦਾ ਜ਼ਿਕਰ ਆਏਗਾ ਤੇ ਫਿਰ ਲੋਕਾਂ ਦੇ ਰੋਸ ਦੀ ਵੀ ਗੱਲ ਆਏਗੀ। तो ਅੱਗੇ ਆਪਾਂ ਇਸ ਦੀ ਵਿਚਾਰ ਕਰਦੇ ਹਾਂ। तो ਇਸ ਪਹਿਲੇ ਪਦੇ ਦੇ ਅੰਦਰ ਉਹ ਜ਼ਿਕਰ ਕੀਤਾ ਗਿਆ ਹੈ ਜਿਹੜਾ ਹਿੰਦੂ ਰਾਜ ਦੇ ਸਮੇਂ ਜੋ ਸਮਾਜ ਦੇ ਵਿੱਚ ਜੋ ਪ੍ਰਚਲਿਤ ਵਿਸ਼ਵਾਸ ਸੀਗੇ ਉਹਨਾਂ ਦਾ ਜ਼ਿਕਰ ਗੁਰੂ ਸਾਹਿਬ ਨੇ ਇਸ ਪਹਿਲੇ ਬੰਦ ਵਿੱਚ ਕੀਤਾ ਹੈ। ਫਿਰ ਅਗਲੇ ਦੂਜੇ ਪਦੇ ਵਿੱਚ ਵੀ ਇਹੀ ਵਿਸ਼ਵਾਸਾਂ ਦੀ ਕੁਝ ਗੱਲ ਥੋੜੀ ਹੋਰ ਵਿਸਥਾਰ ਵਿੱਚ ਹੋ ਰਹੀ ਹੈ। ਘਰ ਘਰ ਲਸ਼ਕਰ ਪਾਵਕ ਤੇਰਾ, ਧਰਮ ਕਰੇ ਸਿਕਦਾਰੀ, ਧਰਤੀ ਦੇਗ ਮਿਲੇ ਇੱਕ ਵੇਰਾ, ਭਾਗ ਤੇਰਾ ਭੰਡਾਰੀ। ਘਰ ਘਰ, ਹਰੇਕ ਘਰ ਵਿੱਚ, ਹਰੇਕ ਸਰੀਰ ਵਿੱਚ ਲਸ਼ਕਰ ਜੀਵ ਜਿੰਨੇ ਵੀ ਹਨ, ਹਰ ਹਿਰਦੇ ਵਿੱਚ ਜਿਹੜੇ ਜੀਵ ਵਸੇ ਹੋਏ ਹਨ। ਪਾਵਕ ਦਾ ਆਖਰੀ ਅਰਥ ਹੁੰਦਾ ਹੈ ਅੱਗ। ਇੱਥੇ ਇਹ ਭਾਵਾਰਥਕ ਰੂਪ ਵਿੱਚ ਜਿਸ ਵਿੱਚ ਆਈ ਹੈ ਉਹ ਹੈ ਭਾਵ ਪਰਮਾਤਮਾ ਦੀ ਦਿੱਤੀ ਹੋਈ ਜਿਹੜੀ ਸ਼ਕਤੀ ਹੈ, ਜੋ ਸਾਡੇ ਅੰਦਰ ਪਰਮਾਤਮਾ ਦੀ ਜੋਤ ਹੈ, ਜਿਹਦੇ ਸਦਕਾ ਅਸੀਂ ਜੀਵਨ ਜੀ ਰਹੇ ਹਾਂ। ਜਦ ਤੱਕ ਸਾਡੇ ਅੰਦਰ ਇਹ ਪਰਮਾਤਮਾ ਦੀ ਜੋਤ ਹੁੰਦੀ ਹੈ ਸਾਡਾ ਜੀਵਨ ਚੱਲਦਾ ਹੈ। ਜਦੋਂ ਇਹ ਜੋਤ ਖਿੱਚੀ ਜਾਂਦੀ ਹੈ ਇਨਸਾਨੀ ਜੀਵਨ ਦਾ ਅੰਤ ਹੋ ਜਾਂਦਾ ਹੈ। तो ਪਾਵਕ ਦਾ ਆਖਰੀ ਅਰਥ ਅੱਗ ਹੁੰਦਾ ਹੈ। ਇੱਥੇ ਉਹ ਅੱਗ ਜੋਤ ਦੇ ਰੂਪ ਵਿੱਚ, ਕਿਉਂਕਿ ਜੋਤ ਵੀ ਬਲਦੀ ਹੈ ਤੇ ਅੱਗ ਤੋਂ ਹੀ ਬਲਦੀ ਹੈ, तो ਉਹ ਜੋਤ ਦੇ ਅਰਥਾਂ ਦੇ ਅੰਦਰ ਇੱਥੇ ਪਾਵਕ ਦਾ ਇਸਤੇਮਾਲ ਕੀਤਾ ਗਿਆ ਹੈ। ਧਰਮ, ਧਰਮ ਰਾਜ ਵਾਸਤੇ ਜੋ ਧਰਮ ਰਾਜ ਪ੍ਰਚਲਿਤ, ਉਹ ਐਸਾ ਇੱਕ ਜ਼ਿੰਮੇਵਾਰ ਅਧਿਕਾਰੀ ਜੋ ਪਰਮਾਤਮਾ ਵੱਲੋਂ ਨਿਯਤ ਕੀਤਾ ਗਿਆ ਹੈ, ਜਿਹੜਾ ਜੀਵਨ ਦੇ ਚੰਗੇ ਬੰਦੇ ਕੀਤੇ ਕਰਮਾਂ ਦੇ ਅਨੁਸਾਰ ਉਹਨਾਂ ਦੇ ਕਰਮਾਂ ਦਾ ਨਿਬੇੜਾ ਕਰਦਾ ਹੈ। तो वो विश्वास भी भारतीय समाज के अंदर बिल्कुल काफी जोर नाल प्रचलित सीगा। पक्के तरीके दे नाल सब इस गल नूं एक्सेप्ट करदे सन कि धर्म राज जिहड़ा है वो जीवां दे चंगे मंदे कर्मां दा लेखा जोखा रख के हिसाब करदा है, ਉਹਦੇ मुताबिक उन्हां नूं सजावां भी दिंदा है या फल दिंदा है। सो धर्म करे सिखदारी, सिखदारी ਦਾ अर्थ ਹੁੰਦਾ ਸਰਦਾਰੀ ਚੌਧਰ ਜਿਹਦਾ ਹੁਕਮ ਚੱਲਦਾ ਹੋਵੇ। तो इस मामले ਦੇ ਵਿੱਚ ਧਰਮ ਰਾਜ ਦਾ ਹੁਕਮ ਚੱਲਦਾ ਹੈ ਕਿ ਕਿਹੜੇ ਜੀਵ ਨੂੰ ਕੀ ਮਿਲਣਾ ਹੈ, ਕੀ ਫਲ ਮਿਲੇਗਾ, ਉਹਨੂੰ ਸਵਰਗ ਮਿਲੇਗਾ, ਨਰਕ ਮਿਲੇਗਾ ਜਾਂ ਦੁਬਾਰਾ ਜੀਵਨ ਮਨੁੱਖਾ ਚ ਜਾਂ ਕਿਸੇ ਹੋਰ ਜੂਨੀ ਵਿੱਚ ਆਉਣਾ ਪਏਗਾ। तो ਇਹ ਉਹਨਾਂ ਦਾ ਜੋ ਪ੍ਰਚਲਿਤ ਵਿਸ਼ਵਾਸ ਸੀਗਾ। ਹੁਣ ਵੀ ਗੱਲ ਉਹੀ ਹੋ ਰਹੀ ਹੈ ਜੋ ਹਿੰਦੂ ਸਮਾਜ ਦੇ ਪ੍ਰਚਲਿਤ ਵਿਸ਼ਵਾਸ ਨੇ। ਹਾਲੇ ਤੱਕ ਜਿੰਨੀਆਂ ਵੀ ਇਹਦੇ ਸਟੇਟਮੈਂਟ ਆਈਆਂ ਨੇ ਇਹਦੇ ਵਿੱਚ ਗੁਰੂ ਸਾਹਿਬ ਨੇ ਕੋਈ ਆਪਣਾ ਮਤ ਪੇਸ਼ ਨਹੀਂ ਕੀਤਾ। ਜੋ ਲੋਕਾਂ ਦੇ ਪ੍ਰਚਲਿਤ ਵਿਸ਼ਵਾਸ ਨੇ ਉਹਨਾਂ ਦਾ ਹੀ ਜ਼ਿਕਰ ਹੋ ਰਿਹਾ ਹੈ ਕਿ ਹਰੇਕ ਸਰੀਰ ਵਿੱਚ ਘਰ ਘਰ
ਹਰ ਇੱਕ ਸਰੀਰ ਵਿੱਚ ਲਸ਼ਕਰ ਤੇਰੀ ਹੀ ਜੋਤ ਵਿਆਪਕ ਹੈ। ਪਾਵਕ ਲਸ਼ਕਰ ਤੇ ਪਾਵਕ ਤੇਰਾ। ਸਾਰੇ ਤੇਰੇ ਜੀਵਾਂ ਦੇ ਅੰਦਰ ਜੋ ਜੋਤ ਹੈ ਉਹ ਤੇਰੀ ਹੀ ਦਿੱਤੀ ਹੋਈ ਹੈ, ਤੇਰੀ ਹੀ ਜੋਤ ਵਿਆਪਕ ਹੈ। ਇਹ ਸਾਰੇ ਜੀਵ ਤੇਰਾ ਹੀ ਲਸ਼ਕਰ ਹਨ। ਲਸ਼ਕਰ ਦਾ ਵੈਸੇ ਅਖਰੀ ਅਰਥ ਹੁੰਦਾ ਹੈ ਫੌਜ। ਜਿਵੇਂ ਰਾਜਿਆਂ ਮਹਾਰਾਜਿਆਂ ਦੇ ਜਿਹੜੇ ਫੌਜਾਂ ਹੁੰਦੀਆਂ ਉਹਨੂੰ ਕਹਿੰਦੇ ਉਹਨਾਂ ਦਾ ਲੋ ਲਸ਼ਕਰ ਹੈ। ਤੋ ਉਸ ਸੈਂਸ ਵਿੱਚ ਹੈ ਜਿੰਨੀ ਸ੍ਰਿਸ਼ਟੀ ਦਾ ਲਸ਼ਕਰ ਹੈ, ਸ੍ਰਿਸ਼ਟੀ ਦੀ ਜਿੰਨੀ ਵੀ ਜਨਤਾ ਹੈ, ਸਭ ਦੇ ਅੰਦਰ ਹੈ ਪਰਮਾਤਮਾ, ਹਰ ਸਰੀਰ ਦੇ ਵਿੱਚ ਤੇਰੀ ਹੀ ਜੋਤ ਵਿਆਪਕ ਹੈ। ਤੇ ਇਹਨਾਂ ਸਭ ਜੀਵਾਂ ਦੇ ਉੱਤੇ ਤੇਰਾ ਪੈਦਾ ਕੀਤਾ ਹੋਇਆ ਧਰਮ ਰਾਜ ਸਿਕਦਾਰੀ ਕਰਦਾ ਹੈ, ਚੌਧਰ ਕਰਦਾ ਹੈ, ਸਰਦਾਰੀ ਕਰਦਾ ਹੈ। ਉਹਦਾ ਹੁਕਮ ਚਲਾਉਂਦਾ ਹੈ ਆਪਣਾ ਕਿ ਬਈ ਤੁਸੀਂ ਜੋ ਕੰਮ ਕਰ ਰਹੇ ਹੋ ਉਹਦੇ ਮੁਤਾਬਕ ਤੁਹਾਨੂੰ ਫਲ ਮਿਲਣਗੇ। ਇਹ ਭਾਰਤੀ ਸਮਾਜ ਦੇ ਵਿੱਚ ਮਨੌਤ ਸੀਗੀ। ਇਹ ਧਰਮ ਕਰੇ ਸਿਕਦਾਰੀ, ਧਰਮ ਰਾਜ ਦਾ ਹੁਕਮ ਚੱਲਦਾ ਹੈ। ਫਿਰ ਹੋਰ ਕੀ ਸੀਗਾ ਕਿ ਸਭ ਜੀਵਾਂ ਦੀ ਪਾਲਣਾ ਪੋਸ਼ਣਾ ਵਾਸਤੇ ਪਰਮਾਤਮਾ ਨੇ ਧਰਤੀ ਰੂਪੀ ਦੇਗ ਬਣਾਈ ਹੈ, ਜਿਸ ਦੇਗ ਦੇ ਵਿੱਚੋਂ ਸਭ ਨੂੰ ਦਾਤਾਂ ਮਿਲਦੀਆਂ ਹਨ। ਭਾਵ ਧਰਤੀ ਦੇ ਵਿੱਚੋਂ ਹੀ ਅਨਾਜ ਪੈਦਾ ਹੁੰਦਾ ਹੈ, ਧਰਤੀ ਦੇ ਵਿੱਚੋਂ ਹੀ ਹੋਰ ਫਸਲਾਂ ਪੈਦਾ ਹੁੰਦੀਆਂ ਹਨ, ਜਿਨ੍ਹਾਂ ਨੂੰ ਵਰਤ ਕੇ ਅਸੀਂ ਆਪਣੇ ਕੱਪੜੇ ਆਦਿ ਚੀਜ਼ਾਂ, ਹੋਰ ਵਰਤੋਂ ਦੀਆਂ ਚੀਜ਼ਾਂ ਬਣਾਉਂਦੇ ਹਾਂ। ਹੋਰ ਸਮਾਨ ਵੀ ਧਰਤੀ ਚੋਂ ਹੀ ਸਾਨੂੰ ਮਿਲਦਾ, ਜਿਹਦੇ ਅਨੁਸਾਰ ਅਸੀਂ ਆਪਣੇ ਘਰ ਵਗੈਰਾ ਵੀ ਬਣਾ ਲੈਂਦੇ ਹਾਂ। ਚਾਹੇ ਉਹ ਲੱਕੜ ਹੈ ਜਾਂ ਹੋਰ ਮਟੀਰੀਅਲ ਹੈ, ਸਭ ਕੁਝ ਧਰਤੀ ਵਿੱਚੋਂ ਹੀ ਮਿਲਦਾ ਹੈ। ਤੋ ਧਰਤੀ ਨੂੰ ਦੇਗ ਨਾਲ ਤੁਲਨਾ ਕੀਤੀ ਗਈ। ਇਸ ਦੇਗ ਵਿੱਚੋਂ ਸਾਨੂੰ ਸਾਰੇ ਪਦਾਰਥ ਮਿਲਦੇ ਹਨ। ਧਰਤੀ ਦੇਗ ਮਿਲੈ ਇੱਕ ਵੇਰਾ, ਭਾਗ ਤੇਰਾ ਭੰਡਾਰੀ। ਇਹ ਪਰਮਾਤਮਾ ਤੂੰ ਇਹ ਸਾਰੀ ਸ੍ਰਿਸ਼ਟੀ ਦੇ ਜੀਵਾਂ ਦੀ ਪਾਲਣਾ ਵਾਸਤੇ ਧਰਤੀ ਰੂਪੀ ਦੇਗ ਬਣਾ ਦਿੱਤੀ, ਜਿਸ ਵਿੱਚ ਤੂੰ ਸਭ ਕੁਝ ਇੱਕੋ ਵਾਰੀ ਇਹ ਭੰਡਾਰ ਭਰ ਦਿੱਤਾ। ਤੇ ਹਰੇਕ ਜੀਵ ਦਾ ਜੋ ਪ੍ਰਾਰਬਧ ਹੈ, ਜੋ ਉਹਨੂੰ ਭਾਗ ਹੈ, ਉਹਨੂੰ ਜੋ ਉਹਨੂੰ ਦਾਤਾਂ ਮਿਲਣੀਆਂ ਹਨ ਆਪਣੇ ਜੀਵਨ ਦੇ ਅੰਦਰ, ਉਹ ਤੇਰੇ ਭੰਡਾਰੇ ਵਿੱਚੋਂ, ਇਹ ਧਰਤੀ ਰੂਪੀ ਦੇਗ ਵਿੱਚੋਂ ਇਹ ਵਰਤਾਰਾ ਵੰਡਿਆ ਜਾ ਰਿਹਾ ਹੈ। ਇਹ ਸਾਰੀਆਂ ਦਾਤਾਂ ਉੱਥੋਂ ਮਿਲ ਰਹੀਆਂ ਹਨ। ਜਿਵੇਂ ਜਪਜੀ ਬਾਣੀ ਦੇ ਅੰਦਰ ਵੀ ਆਉਂਦਾ ਹੈ ਨਾ ਕਿ ਜੋ ਕੁਛ ਪਾਇਆ ਸੋ ਏਕਾ ਵਾਰ। ਪਰਮਾਤਮਾ ਨੇ ਸਭ ਜੀਵਾਂ ਦੀ ਪਾਲਣਾ ਵਾਸਤੇ ਇੱਕ ਹੁਕਮ ਦੇ ਨਾਲ, ਇੱਕ ਫਰਮਾਨ ਦੇ ਨਾਲ ਹੀ ਸਾਰਾ ਕੁਝ ਜੋ ਸੀ ਇੱਕ ਵਾਰੀ ਕ੍ਰੀਏਟ ਕਰ ਦਿੱਤਾ। ਤੋ ਜੋ ਅੱਜ ਤੱਕ ਉਹ ਸਾਰੇ ਜੀਵ ਉਹਨਾਂ ਦਾਤਾਂ ਦੀ ਵਰਤੋਂ ਕਰਦੇ ਆ ਰਹੇ ਹਨ। ਤੋ ਇਹ ਸਾਰੀ ਸ੍ਰਿਸ਼ਟੀ ਦੀ ਪਾਲਣਾ ਵਾਸਤੇ ਧਰਤੀ ਰੂਪੀ ਦੇਗ ਬਣਾ ਦਿੱਤੀ, ਜਿਹਦੇ ਵਿੱਚੋਂ ਤੂੰ ਇੱਕੋ ਵਾਰੀ ਇੱਕ ਅਖੁੱਟ ਭੰਡਾਰ ਬਣਾ ਦਿੱਤਾ। ਤੇ ਉਸ ਭੰਡਾਰੇ ਦੇ ਵਿੱਚੋਂ ਸਾਰੇ ਜੀਵ ਆਪੋ ਆਪਣੇ ਪ੍ਰਾਰਬਧ ਦੇ ਅਨੁਸਾਰ, ਆਪਣੇ ਆਪਣੀ ਭਾਗਾਂ ਦੇ ਕਿਸਮਤ ਦੇ ਅਨੁਸਾਰ ਜੋ ਜੋ ਦਾਤਾਂ ਉਹਨਾਂ ਨੂੰ ਮਿਲਣੀਆਂ ਹਨ, ਉਹ ਮਿਲ ਰਹੀਆਂ ਹਨ, ਪ੍ਰਾਪਤ ਕਰ ਰਹੇ ਹਨ। ਤੋ ਇਹ ਵਿਸ਼ਵਾਸ ਵੀ ਭਾਰਤੀ ਸਮਾਜ ਦੇ ਵਿੱਚ ਪ੍ਰਚਲਿਤ ਸੀ। ਪਰ ਪਰਮਾਤਮਾ ਇੰਨਾ ਦਿਆਲੂ ਹੈ, ਇੰਨੀਆਂ ਉਹਨੇ ਦਾਤਾਂ ਦਿੱਤੀਆਂ ਹਨ, ਉਹਦੇ ਭੰਡਾਰੇ ਅਖੁੱਟ ਹਨ, ਜਿਨ੍ਹਾਂ ਵਿੱਚ ਕਦੀ ਤੋਟ ਨਹੀਂ ਆਉਂਦੀ। ਇਹਦੇ ਬਾਵਜੂਦ ਵੀ ਜੀਵਾਂ ਨੂੰ ਸਭ ਕੁਝ ਉਹਨਾਂ ਦੇ ਵਾਸਤੇ ਪ੍ਰੋਵਾਈਡ ਹੋਇਆ ਹੋਣ ਦੇ ਬਾਵਜੂਦ ਵੀ ਅਨੇਕਾਂ ਜੀਵ ਐਸੇ ਹਨ ਕਿ ਜਿਹੜੇ ਫਿਰ ਵੀ ਨਾਸ਼ੁਕਰੇ ਹੁੰਦੇ ਹਨ। ਤੋ ਐਸੇ ਬੰਦਿਆਂ ਦਾ ਜ਼ਿਕਰ ਕਰਦੇ ਹੋਏ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਨਾ ਸਾਬੂਰ ਹੋਵੇ ਫਿਰ ਮੰਗੈ, ਨਾਰਦ ਕਰੇ ਖੁਆਰੀ, ਲੱਭ ਅੰਧੇਰਾ ਬੰਦੀ ਖਾਨਾ, ਔਗਨ ਪੈਰ ਲੁਹਾਰੀ। ਨਾ ਸਾਬੂਰ, ਨਾ ਸਬੂਰ, ਸਬੂਰ ਦਾ ਅਰਥ ਹੈ ਸਬਰ, ਸ਼ੁਕਰ ਕਰਨ ਵਾਲਾ, ਸਬਰ ਕਰਨ ਵਾਲਾ। ਨਾ ਸਾਬੂਰ ਜਿਹੜਾ ਸ਼ੁਕਰ ਨਹੀਂ ਕਰਦਾ, ਨਾ ਬੇਸਬਰਾ। ਉਹ ਜਿਹੜਾ ਇਨਸਾਨ ਬੇਸਬਰਾ ਹੈ, ਜਿਹਨੂੰ ਰੱਬ ਦੀ ਦਾਤ ਦੇ ਉੱਤੇ, ਬਖਸ਼ਿੰਦ ਹੋਣ ਦੇ ਉੱਤੇ ਭਰੋਸਾ ਨਹੀਂ ਹੈ, ਉਹ ਫਿਰ ਹੋਰ ਮੁੜ ਮੁੜ ਕੇ ਕੁਝ ਨਾ ਕੁਝ ਮੰਗਦਾ ਹੀ ਰਹਿੰਦਾ ਹੈ। ਇਹ ਨਹੀਂ ਮਿਲਿਆ, ਉਹ ਨਹੀਂ ਮਿਲਿਆ, ਮੈਨੂੰ ਉਹ ਚਾਹੀਦਾ ਹੈ, ਮੈਨੂੰ ਹੋਰ ਚਾਹੀਦਾ ਹੈ। ਭਾਵੇਂ ਇਹ ਉਹ ਦੁਨੀਆ 'ਚ ਅਸੀਂ ਆਮ ਦੇਖਦੇ ਹਾਂ ਕਿ ਕਈ ਲੋਕਾਂ ਦੇ ਕੋਲ ਆਪਣੀ ਲੋੜ ਨਾਲੋਂ ਕਿਤੇ ਜ਼ਿਆਦਾ ਹੁੰਦਾ ਵੀ ਹੈ, ਪਰ ਫਿਰ ਵੀ ਉਹ ਆਮ ਇਹ ਕੁਝ ਝੁਰਦੇ ਨਜ਼ਰ ਆਉਂਦੇ ਹਨ। ਇਹ ਘਟੀ ਕਮੀ ਹੈ, ਦੂਜੇ ਮੇਰੇ ਗੁਆਂਢੀ ਕੋਲ ਇਸ ਤੋਂ ਜ਼ਿਆਦਾ ਹੈ, ਮੈਨੂੰ ਘੱਟ ਮਿਲਿਆ ਹੈ। ਉਹ ਨਾ ਸ਼ੁਕਰ ਹੀ ਹੁੰਦੇ ਹਨ। ਕਾਰਨ ਕੀ ਹੁੰਦਾ ਹੈ ਕਿ ਮਨ ਉਹਨਾਂ ਦਾ ਸ਼ੁਕਰ ਵਿੱਚ, ਸਬਰ ਵਿੱਚ ਹੁੰਦਾ ਨਹੀਂ ਹੈ। ਤੋ ਜੀਵਨ ਦਾ ਨਿਰਵਾਹ ਚੱਲ ਰਿਹਾ ਹੁੰਦਾ ਹੈ, ਪਰ ਫਿਰ ਵੀ ਉਹ ਕੁਝ ਨਾ ਕੁਝ ਕੰਪਲੇਂਟ, ਕੁਝ ਨਾ ਕੁਝ ਝੋਰੇ ਝੁਰਦੇ ਹੀ ਰਹਿੰਦੇ ਹਨ। ਤੋ ਐਸੇ ਲੋਕਾਂ ਦਾ ਜੋ ਵਰਣਨ ਕਰਦੇ ਆ ਗੁਰੂ ਸਾਹਿਬ ਫਰਮਾ ਰਹੇ ਹਨ ਕਿ ਨਾ ਸਾਬੂਰ ਹੋਵੇ ਫਿਰ ਮੰਗੈ, ਨਾਰਦ ਕਰੇ ਖੁਆਰੀ। ਨਾਰਦ, ਨਾਰਦ ਲਫ਼ਜ਼ ਐਕਚੁਅਲੀ ਅਖਰੀ ਅਰਥ ਇਹਦਾ ਹੈ ਇੱਕ ਹਿੰਦੂ ਰਿਸ਼ੀ ਹੋਇਆ ਹੈ, ਜੋ ਦੇਵਤਿਆਂ ਦਾ ਰਿਸ਼ੀ ਹੈ ਔਰ ਉਹਨਾਂ ਦਾ ਮੈਸੇਂਜਰ ਵੀ ਗਿਣਿਆ ਜਾਂਦਾ ਹੈ। ਪਰ ਉਸ ਨਾਰਦ ਰਿਸ਼ੀ ਦੇ ਬਾਰੇ ਵਿੱਚ ਨਾ, ਉਹਦੇ ਸੁਭਾਅ ਦੇ ਬਾਰੇ ਬੜੀ ਭਾਰਤੀ ਸਮਾਜ ਵਿੱਚ ਇਹ ਗੱਲ ਪ੍ਰਚਲਿਤ ਹੈ ਕਿ ਵੀ ਉਹ ਹੈ ਬੜਾ ਚੰਚਲ, ਸ਼ਰਾਰਤੀ ਸੁਭਾਅ ਦਾ ਹੈ, ਲੂਤੀਆਂ ਲਾਉਣ ਵਾਲਾ, ਇੱਕ ਦੀ ਚੁਗਲੀ ਦੂਜੇ ਅੱਗੇ, ਦੂਜੇ ਦੀ ਅੱਗੇ, ਪਹਿਲੇ ਦੇ ਅੱਗੇ,
ਲੋਕਾਂ 'ਚ ਝਗੜੇ ਪਵਾਉਣ ਵਾਲਾ ਤੇ ਇੱਕ ਥਾਂ ਤੇ ਟਿਕ ਕੇ ਨਹੀਂ ਬੈਠਦਾ। ਤੋ ਉਹਦੇ ਐਸੇ ਸੁਭਾਅ ਕਰਕੇ ਹੀ ਨਾਰਦ ਲਫ਼ਜ਼ ਗੁਰੂ ਸਾਹਿਬ ਨੇ ਮਨ ਦੇ ਵਾਸਤੇ ਵਰਤਿਆ ਹੈ ਕਿ ਮਨ ਵੀ ਚੰਚਲ ਹੈ, ਮਨ ਵੀ ਲਾਲਚੀ ਹੁੰਦਾ ਹੈ ਤੇ ਮਨ ਦੇ ਅੰਦਰ ਵੀ ਐਸੇ ਵਿਚਾਰ ਮੁੜ-ਮੁੜ ਕੇ ਪੈਦਾ ਹੁੰਦੇ ਹੀ ਰਹਿੰਦੇ ਹਨ, ਜਿਹਦੇ ਵਿੱਚ ਇਨਸਾਨ ਕੋਸ਼ਿਸ਼ ਕਰਦਾ ਹੈ ਕਿ ਦੂਜੇ ਨੂੰ ਨੁਕਸਾਨ ਪਹੁੰਚਾਵਾਂ, ਦੂਜੇ ਦਾ ਮਾਲ ਮੇਰੇ ਘਰ ਆ ਜਾਵੇ, ਮੈਨੂੰ ਜ਼ਿਆਦਾ ਫਾਇਦਾ ਹੋ ਜਾਵੇ। ਤੇ ਇਹ ਚੰਚਲਤਾਈ ਵਾਲਾ ਜੋ ਸੁਭਾਅ ਹੈ, ਇਨਸਾਨੀ ਮਨ ਦਾ ਹੁੰਦਾ ਹੈ। ਤੇ ਗੁਰੂ ਸਾਹਿਬ ਨੇ ਮਨ ਦੇ ਵਾਸਤੇ ਲਫ਼ਜ਼ ਨਾਰਦ ਵਰਤਿਆ ਹੈ। ਤੇ ਇੱਥੇ ਨਾਰਦ ਮਨ ਦੇ ਅਰਥਾਂ 'ਚ ਆਇਆ ਹੈ ਕਿ ਨਸ਼ੁਕਰਾ ਮਨ ਮੁੜ-ਮੁੜ ਕੇ ਮੰਗਦਾ ਹੈ। ਪ੍ਰਭੂ ਵੱਲੋਂ ਸਭ ਦਾਤਾਂ ਮਿਲੀਆਂ ਹੋਣ ਦੇ ਬਾਵਜੂਦ ਵੀ ਜੀਵ ਦਾ ਇਹ ਜਿਹੜਾ ਚੰਚਲ ਮਨ, ਨਾਰਦ ਰੂਪੀ ਮਨ ਹੈ, ਉਹ ਜੀਵ ਦੇ ਵਾਸਤੇ ਖੁਆਰੀ ਪੈਦਾ ਕਰਦਾ ਹੈ। ਖੁਆਰੀ ਕਿਉਂ? ਵੀ ਜੇ ਬੰਦਾ ਸਭ ਕੁਝ ਹੋਣ ਦੇ ਬਾਵਜੂਦ ਵੀ ਕੰਪਲੇਂਟ ਕਰੇ ਤਾਂ ਫਿਰ ਉਹ ਗੱਲ ਹੈ ਤਾਂ ਨਾਜਾਇਜ਼ ਹੀ ਹੈ ਨਾ। ਤੇ ਉਹਨੂੰ ਚੰਗੇ ਭਲੇ ਨੂੰ ਸ਼ਾਂਤੀ ਵਾਲਾ ਜੀਵਨ ਜੀਣ ਦੀ ਬਜਾਏ ਬੇਸ਼ੁਕਰ, ਬੇਸਬਰਾ ਤੇ ਕਲਪਨਾ ਵਾਲਾ ਜੀਵਨ ਉਹਦਾ ਬਣਾ ਦਿੰਦਾ ਹੈ, ਜਿਹਦੇ 'ਚ ਬੰਦਾ ਮੁੜ-ਮੁੜ ਕੇ ਕਲਪਦਾ ਵੀ ਇਹ ਨਹੀਂ ਮਿਲਿਆ, ਉਹ ਨਹੀਂ ਮਿਲਿਆ। ਤਾਂ ਉਹ ਚੰਗਾ ਭਲਾ ਜੋ ਸ਼ਾਂਤੀ ਦਾ ਜੀਵਨ ਜੀ ਸਕਦਾ ਹੈ, ਸਬਰ ਵਾਲਾ ਜੀਵਨ ਜੀ ਸਕਦਾ ਹੈ, ਉਹਦੇ ਵਿੱਚ ਵੀ ਉਹ ਕੰਪਲੇਂਟ ਔਰ ਕਲਪਨ ਵਾਲੀ, ਦੁਖੀ ਹੋਣ ਵਾਲੀ ਅਵਸਥਾ ਜੀਵਨ ਦੀ ਬਣ ਜਾਂਦੀ ਹੈ। ਤਾਂ ਉਸ ਹਾਲਾਤ ਵਾਸਤੇ ਗੁਰੂ ਸਾਹਿਬ ਨੇ ਲਫ਼ਜ਼ ਵਰਤਿਆ ਹੈ ਕਿ ਨਾਰਦ ਕਰੇ ਖੁਆਰੀ। ਤੋ ਉਹਦੀ ਸਾਰੀ ਅਸਲ ਵਜ੍ਹਾ ਹੁੰਦੀ ਹੈ ਉਹਦੇ ਅੰਦਰ ਦੇ ਮਨ ਦਾ ਲਾਲਚ। ਉਹ ਲਾਲਚ ਦਾ ਜ਼ਿਕਰ ਕਰਦੇ ਹੋਏ ਦੂਸਰੀ ਪੰਕਤੀ 'ਚ ਗੁਰੂ ਸਾਹਿਬ ਕਹਿੰਦੇ ਹਨ ਕਿ ਲੱਭ ਅੰਧੇਰਾ ਬੰਦੀ ਖਾਨਾ, ਔਗਨ ਪੈਰ ਲੁਹਾਰੀ। ਉਹ ਇਹ ਲਾਲਚ ਦੇ ਅਧੀਨ ਬੰਦਾ ਮਾਨੋ ਆਪਣੇ ਵਾਸਤੇ ਹੀ ਇੱਕ ਜੇਲ੍ਹ, ਇੱਕ ਬੰਦੀ ਖਾਨਾ, ਇੱਕ ਕੈਦਖਾਨਾ ਬਣਾ ਲੈਂਦਾ ਹੈ, ਜਿਸ ਲੋਭ ਦੀ ਕੈਦ ਵਿੱਚ ਕੈਦ ਹੋਇਆ ਉਹ ਕਈ ਤਰ੍ਹਾਂ ਦੇ ਭੈੜੇ ਕਰਮ ਕਰਦਾ ਹੈ, ਜ਼ਿਆਦਤੀਆਂ ਕਰਦਾ ਹੈ, ਚੋਰੀ ਚਕਾਰੀ ਕਰਦਾ ਹੈ, ਲੁੱਟ ਖਸੁੱਟ ਕਰਦਾ ਹੈ, ਲੋਕਾਂ ਦੇ ਨਾਲ ਧੋਖਾ ਕਰਦਾ ਹੈ, ਅਨੇਕਾਂ ਮਾੜੇ ਕਰਮ ਕਰਦਾ ਹੈ। ਸੰਸਕ੍ਰਿਤੀ ਸ਼ਲੋਕਾਂ ਦੇ ਅੰਦਰ ਵੀ ਜੋ ਲੋਭ ਦੇ ਬਾਰੇ ਜੋ ਗੁਰੂ ਅਰਜਨ ਪਾਤਸ਼ਾਹ ਦਾ ਸ਼ਲੋਕ ਹੈ, ਉਹਦੇ ਅੰਦਰ ਵੀ ਗੁਰੂ ਸਾਹਿਬ ਨੇ ਬੜੇ ਵਿਸਥਾਰ ਸਹਿਤ ਉੱਥੇ ਬਿਆਨ ਕੀਤਾ ਹੈ ਕਿ ਲੋਭ ਦੇ ਅਧੀਨ ਹੋਇਆ ਬੰਦਾ ਕਿਤਨੇ ਤਰ੍ਹਾਂ ਦੇ ਮਾੜੇ ਕਰਮ ਕਰਦਾ ਹੈ। ਜੋ ਨਹੀਂ ਖਾਣ ਵਾਲਾ ਉਹ ਖਾ ਲੈਂਦਾ ਹੈ, ਜੋ ਨਹੀਂ ਕਰਨ ਵਾਲੇ ਕੰਮ ਉਹ ਵੀ ਕਰ ਲੈਂਦਾ ਹੈ ਤੇ ਬੇਸ਼ਰਮ ਹੋ ਕੇ ਸਮਾਜ ਵਿੱਚ ਐਸੇ ਕਰਮ ਕਰਦਾ ਹੈ ਜਿਹਦੇ ਕਰਕੇ ਅਖੀਰ ਫਿਰ ਉਹਨੂੰ ਨਮੋਸ਼ੀ ਵੀ ਹਾਸਲ ਹੁੰਦੀ ਹੈ। ਇੱਥੇ ਵੀ ਗੁਰੂ ਸਾਹਿਬ ਇਹ ਗੱਲ ਕਹਿ ਰਹੇ ਹਨ ਕਿ ਲੱਭ ਅੰਧੇਰਾ ਬੰਦੀ ਖਾਨਾ। ਇਹ ਲੱਭ, ਇਹ ਲਾਲਚ ਜੀਵ ਦੇ ਵਾਸਤੇ ਇੱਕ ਅੰਧੀ ਕਾਲ ਕੋਠੜੀ ਬਣ ਜਾਂਦੀ ਹੈ, ਜਿਹਦੇ 'ਚ ਫਸਿਆ ਹੋਇਆ ਜੀਵ ਇਸ ਲੱਭ ਦੇ ਲੋਭ ਦੀ ਭਾਵਨਾ ਤੋਂ ਛੁੱਟ ਹੀ ਨਹੀਂ ਸਕਦਾ। ਉਹਦੇ ਜੀਵਨ ਦੇ ਸਾਰੇ ਕਰਮਾਂ ਦੇ ਵਿੱਚ ਲੋਭ ਦੇ ਅਧੀਨ ਹੀ ਕਰਮ ਕਰਦਾ ਹੈ। ਇਸੇ ਲੋਭ ਦੇ ਅਧੀਨ ਝੂਠ ਬੋਲਦਾ ਹੈ, ਲੋਕਾਂ ਨੂੰ ਧੋਖਾ ਦਿੰਦਾ ਹੈ, ਨਾਜਾਇਜ਼ ਚੀਜ਼ਾਂ ਆਪਣੇ ਜੋ ਉਹਦੇ ਹੱਕ ਦੀਆਂ ਨਹੀਂ ਹੁੰਦੀਆਂ, ਹਰਾਮ ਦੀਆਂ ਚੀਜ਼ਾਂ ਵੀ ਉਹ ਗ੍ਰਹਿਣ ਕਰ ਲੈਂਦਾ ਹੈ। ਤਾਂ ਇਹ ਸਾਰੇ ਮਾੜੇ ਕਰਮ ਜਿਨ੍ਹਾਂ ਦਾ ਫਿਰ ਅੱਗੋਂ ਉਹਨੂੰ ਕੀਤੇ ਮਾੜੇ ਕਰਮ ਨੇ, ਨਾਜਾਇਜ਼ ਕੰਮ ਕੀਤੇ ਨੇ, ਤੇ ਫਿਰ ਉਹਦੀ ਸਜ਼ਾ ਤਾਂ ਭੁਗਤਣੀ ਪਏਗੀ ਨਾ। ਤਾਂ ਉਸ ਬੰਦੀ ਖਾਨੇ ਵਿੱਚ ਮੰਨ ਲਓ ਉਹ ਆਪਣੇ ਔਗਨਾਂ ਦੇ ਰੂਪ ਦੇ ਅੰਦਰ ਆਪਣੇ ਪੈਰਾਂ ਦੇ ਵਿੱਚ ਜਿਵੇਂ ਮੰਨ ਲਓ ਲੋਹੇ ਦੀਆਂ ਬੇੜੀਆਂ ਪਾ ਕੇ ਉਸ ਬੰਦੀ ਖਾਨੇ 'ਚੋਂ ਕੈਦ ਹੋ ਜਾਂਦਾ ਹੈ। ਤਾਂ ਲੋਭ ਦੇ ਅਧੀਨ ਹੋਇਆ ਔਗਨਾਂ ਦੀ ਲੋਹੇ ਦੀ ਬੇੜੀ ਆਪਣੇ ਪੈਰਾਂ 'ਚ ਪਾ ਲੈਂਦਾ। ਔਗਨ ਪੈਰ ਲੁਹਾਰੀ, ਪੈਰ ਦੇ ਨਾਰੇ ਦੀ ਸਿਆਰੀ ਹੈ, ਪੈਰਾਂ ਦੇ ਵਿੱਚ ਲੁਹਾਰੀ, ਲੋਹੇ ਦੀ ਬੇੜੀ। ਆਮ ਤੌਰ ਤੇ ਪੁਰਾਣੇ ਜ਼ਮਾਨੇ ਵਿੱਚ ਕੈਦੀਆਂ ਨੂੰ ਜਦੋਂ ਜੇਲ੍ਹ ਵਿੱਚ ਪਾਇਆ ਜਾਂਦਾ ਸੀ ਤਾਂ ਇਸ ਡਰ ਤੋਂ ਵੀ ਕਿਤੇ ਮੌਕਾ ਪਾ ਕੇ ਤੇ ਜੇਲ੍ਹ ਚੋਂ ਛੁੱਟ ਕੇ ਨਾਸੀ ਨਾ ਜਾਣ, ਤਾਂ ਕੈਦੀਆਂ ਦੇ ਪੈਰਾਂ ਦੇ ਵਿੱਚ ਲੋਹੇ ਦੀਆਂ ਬੇੜੀਆਂ ਪਾ ਦਿੱਤੀਆਂ ਜਾਂਦੀਆਂ ਸੀ, ਜਿਹਨਾਂ ਨੂੰ ਚੰਦਰੇ ਲਾ ਦਿੱਤੇ ਜਾਂਦੇ ਸੀ ਤਾਂ ਕਿ ਉਹ ਤੇਜ਼ ਚੱਲ ਹੀ ਨਹੀਂ ਸੀ ਸਕਦੇ। ਇੱਕ ਕਦਮ ਅੱਗੇ ਪੁੱਟਦੇ ਸੀਗੇ ਤੇ ਦੂਜਾ ਕਦਮ ਰੁਕ ਜਾਂਦਾ ਸੀਗਾ, ਫਿਰ ਦੂਜਾ ਅੱਗੇ ਚੱਲਦਾ ਸੀਗਾ ਤੇ ਪਹਿਲਾ ਰੁਕਿਆ ਰਹਿੰਦਾ ਸੀ। ਤਾਂ ਇਸ ਤਰੀਕੇ ਦੇ ਨਾਲ ਉਹਨਾਂ ਦੀ ਚਾਲ ਜਿਹੜੀ ਸੀ ਬਹੁਤ ਹੀ ਹੌਲੀ ਚਾਲ ਹੁੰਦੀ ਸੀ, ਉਹ ਦੌੜ ਵੀ ਨਹੀਂ ਸੀ ਸਕਦੇ। ਤਾਂ ਇਹ ਪੈਰਾਂ 'ਚ ਲੋਹੇ ਦੀਆਂ ਬੇੜੀਆਂ ਕੈਦੀਆਂ ਦੇ ਪੈ ਜਾਂਦੀਆਂ ਸਨ। ਤਾਂ ਗੁਰੂ ਸਾਹਿਬ ਕਹਿੰਦੇ ਹਨ ਕਿ ਜੀਵ ਦੀ ਹਾਲਾਤ ਐਸੀ ਹੈ ਕਿ ਲਾਲਚ ਰੂਪੀ ਕੈਦਖਾਨੇ ਦੇ ਅੰਦਰ ਆਪਣੇ ਔਗਨਾਂ ਦੀ, ਮਾੜੇ ਕਰਮਾਂ ਦੀ ਉਹਨੇ ਆਪਣੇ ਪੈਰਾਂ ਦੇ ਵਿੱਚ ਮਾਨੋ ਬੇੜੀਆਂ ਪਾ ਲਈਆਂ ਹਨ ਔਰ ਇਸ ਤਰੀਕੇ ਦਾ ਜੀਵਨ ਉਹ ਜੀ ਰਿਹਾ ਹੈ। ਔਰ ਨਾਸ਼ੁਕਰਾ ਹੋ ਕੇ ਆਪਣੇ ਮਨ ਦੇ ਅੰਦਰ ਉਹਦਾ ਚੰਚਲ ਮਨ ਜਿਹੜਾ ਹੈ ਉਹ ਇਸ ਤਰੀਕੇ ਦੀ ਖੁਆਰੀ, ਭੈੜੀ ਹਾਲਾਤ ਪੈਦਾ ਕਰ ਰਿਹਾ। ਤੋ ਇਸ ਸਭ ਕੁਝ ਦਾ ਨਤੀਜਾ ਕੀ ਹੁੰਦਾ ਹੈ? ਇਸ ਲਾਲਚ ਕਰਕੇ, ਇਸ ਔਗਨਾਂ ਦੇ ਕਰਕੇ ਕਿ ਪੂੰਜੀ ਮਾਰ ਪਵੈ ਨਿਤ ਮੁਦਗਰ, ਪਾਪ ਕਰੇ ਕੁਟਵਾਰੀ,
ਭਾਵੇਂ ਚੰਗਾ ਭਾਵੇਂ ਮੰਦਾ ਜੈਸੀ ਨਦਰ ਤੁਮਾਰੀ। ਪੂੰਜੀ ਆਮ ਤੌਰ ਤੇ ਲਫ਼ਜ਼ ਵੈਲਥ ਵਾਸਤੇ ਸਰਮਾਏ ਵਾਸਤੇ ਆਂਦਾ ਹੈ, ਕਿਉਂਕਿ ਹੁਣ ਬੰਦਾ ਲਾਲਚੀ ਹੈ, ਉਹਦੀ ਕੋਸ਼ਿਸ਼ ਕੀ ਹੈ ਕਿ ਹੋਰ ਕਮਾਵਾਂ, ਹੋਰ ਕਮਾ ਕੇ ਹੋਰ ਜੋੜ ਲਵਾਂ, ਅੱਗੇ ਆਉਣ ਵਾਲੇ ਸਮੇਂ ਵਾਸਤੇ ਜੋੜ ਲਵਾਂ, ਆਪਣੀਆਂ ਅਗਲੀਆਂ ਆਉਣ ਵਾਲੀਆਂ ਪੁਸ਼ਤਾਂ ਵਾਸਤੇ ਜੋੜ ਲਵਾਂ। तो हर वेले उस लालच ਕਿਸੇ ਜੀਵ ਦਾ ਨਿਸ਼ਾਨਾ ਇਹ ਬਣਿਆ ਰਹਿੰਦਾ ਹੈ ਕਿ ਵੱਧ ਤੋਂ ਵੱਧ ਧਨ ਦੌਲਤ ਮੈਂ ਇਕੱਠੀ ਕਰੀ ਚੱਲਾਂ, ਪੂੰਜੀ ਬਣਾ ਲਵਾਂ, ਸਰਮਾਇਆ, ਆਪਣੀ ਵੈਲਥ ਕ੍ਰੀਏਟ ਕਰੀ ਜਾਵਾਂ। ਵੈਲਥ ਕ੍ਰੀਏਸ਼ਨ ਅੱਜ ਵੀ ਬਹੁਤ ਵੱਡਾ ਸਟਰੋਂਗ ਮੋਟੀਵੇਸ਼ਨ ਹੈ ਲੋਕਾਂ ਦਾ। तो ਇਹ ਸ਼ੁਰੂ ਤੋਂ ਹੀ ਇਹ ਚੱਲਦੀ ਆ ਰਹੀ ਹੈ। तो ਉਸੇ ਹਾਲਾਤ ਦਾ, ਉਸੇ ਬਿਰਤੀ ਦਾ ਜ਼ਿਕਰ ਗੁਰੂ ਸਾਹਿਬ ਵੈਲਥ ਕ੍ਰੀਏਸ਼ਨ ਦੇ ਇਮੋਸ਼ਨ ਦੇ ਅਧੀਨ ਹੀ ਇਨਸਾਨ ਜਿਹੜਾ ਹੈ ਕਈ ਤਰ੍ਹਾਂ ਦੇ ਜ਼ਿੰਦਗੀ ਵਿੱਚ ਕਸ਼ਟ ਸਹਾਰਦਾ ਹੈ। ਆਪਣਾ ਜੋ ਪ੍ਰੈਜ਼ੈਂਟ ਹੈ ਉਹਨੂੰ ਫਿਊਚਰ ਦੇ ਕੰਫਰਟ ਦੀ ਖਾਤਰ, ਆਉਣ ਵਾਲੇ ਸਮੇਂ ਦੇ ਵਿੱਚ ਮੈਂ ਬਹੁਤ ਸੌਖਾ ਟਾਈਮ ਬਿਤਾਵਾਂ, ਮੇਰੀ ਔਲਾਦ ਸੌਖਾ ਰਵੇ, ਸੌਖਾ ਜੀਵਨ ਜੀਵੇ, ਮੇਰੇ ਆਉਣ ਵਾਲੀਆਂ ਨਸਲਾਂ ਨੂੰ ਧਨ ਪਦਾਰਥ ਦੀ ਕਮੀ ਨਾ ਰਵੇ, ਉਸ ਖਿਆਲ ਦੇ ਨਾਲ ਆਪਣਾ ਵਰਤਮਾਨ ਜਿਹੜਾ ਹੈ ਇਨਸਾਨ ਵਿਗਾੜ ਲੈਂਦਾ ਹੈ ਔਰ ਕਈ ਤਰ੍ਹਾਂ ਦੇ ਕਸ਼ਟ ਸਹਾਰਦਾ ਹੈ ਵੱਧ ਤੋਂ ਵੱਧ ਧਨ ਇਕੱਠਾ ਕਰਨ ਵਾਸਤੇ। तो गुरु साहब फरमा रहे हैं कि पूंजी मार पवै नित मुदगर पाप करे कुटवारी, कि जीव अपने सरमाया इकट्ठा करन दे वास्ते मार सहारदा है नित मोलियां दी, मुदगर दी मार। मुदगर हुंदा है एक मोटा जिहा लक्कड़ दा सुट्टा हुंदा है जिहड़ा आम तौर ते पहलवान लोग अपने एक्सरसाइज करन वास्ते या अपने डोले बनाउण वास्ते ओहदी एक्सरसाइज विच वरतदे हन। और काफी भारी जो है सोटा ਹੁੰਦਾ ਹੈ, ਉਹ ਇੰਨਾ ਉਹਦਾ ਵਜ਼ਨਦਾਰ ਹੁੰਦਾ ਹੈ ਕਿ ਜੇ ਕਿਸੇ ਬੰਦੇ ਨੂੰ ਉਸ ਮੁਦਗਰ ਦੇ ਨਾਲ ਕੋਈ ਸੱਟ ਮਾਰ ਦੇਵੇ ਤੇ ਕਾਫੀ ਉਹ ਤਕਲੀਫ ਦੇਣ ਵਾਲੀ ਹੁੰਦੀ ਹੈ। तो मुदगर दी मार मतलब कि बहुत ज्यादा कष्ट। तो पूंजी मार पवे नित मुदगर पाप करे कुटवारी, ਤੇ ਫਿਰ ਜਿਹੜੇ ਇਸ ਪੂੰਜੀ ਨੂੰ ਇਕੱਠਾ ਕਰਨ ਵਾਸਤੇ ਪਾਪ ਕਰਮ ਕਰਦਾ ਹੈ ਉਹ ਮਾਨੋ ਇਹਦੇ ਸਿਰ ਦੇ ਉੱਤੇ ਹੁਣ ਕੋਤਵਾਲ ਖੜਾ ਹੈ ਜਿਹੜਾ ਇਹਨੂੰ ਆਪਣੇ ਲਾਲਚ ਦੀ ਕੈਦ ਵਿੱਚੋਂ ਤੇ ਔਗਣਾਂ ਦੀ ਪਾਪਾਂ ਦੀ ਜੋ ਲੋਹੇ ਦੀ ਬੇੜੀਆਂ ਦੇ ਪੈਰਾਂ 'ਚ ਪਈਆਂ ਹਨ ਉਹਦੇ ਤੋਂ ਇਹਦਾ ਛੁਟਕਾਰਾ ਹੋਣ ਨਹੀਂ ਦੇ ਰਿਹਾ। तो ਕੋਤਵਾਲ ਖੜਾ ਹੈ ਉਹਦੇ ਸਿਰ ਦੇ ਉੱਤੇ ਜਿਹੜਾ ਇਹਨੂੰ ਲਾਲਚ ਦੀ ਔਰ ਔਗਣਾਂ ਦੀ ਜੇਲ੍ਹ ਦੇ ਵਿੱਚੋਂ ਨਿਕਲਣ ਨਹੀਂ ਦੇ ਰਿਹਾ। ਔਰ ਇਹ ਮੁਦਗਰ ਦੀ ਭਾਰ ਜਿਹੜੀ ਹੈ ਇਸ ਵੈਲਥ ਕ੍ਰੀਏਸ਼ਨ ਦੀ ਖਾਤਰ, ਇਹ ਪੂੰਜੀ ਇਕੱਠੀ ਕਰਨ ਦੀ ਖਾਤਰ ਜੋ ਹੈ ਇਹ ਪਾਪਾਂ ਦਾ ਜੋ ਹੈ ਕੋਤਵਾਲ ਇਹਦੇ ਸਿਰ ਦੇ ਉੱਤੇ ਖੜਾ ਹੈ। ਪਰ ਗੁਰੂ ਸਾਹਿਬ ਕਹਿੰਦੇ ਹਨ ਕਿ ਭਾਵੇਂ ਚੰਗਾ ਭਾਵੇਂ ਮੰਦਾ ਜੈਸੀ ਨਜ਼ਰ ਤੁਮਾਰੀ, ਹੈ ਇਹ ਪ੍ਰਮਾਤਮਾ ਦੀ ਬਣਾਈ ਹੋਈ ਆਪਣੀ ਹੀ ਖੇਡ ਹੈ। परमात्मा जिवो जी जिस बंदे दी उत्ते मेहर दी नज़र करे तां ओहदे अंदर तां सबर शुक्र दा भावना आ जाती है ते वो शुक्र दा जीवन जीउंदा है, सबर संतोख विच रहिंदा है, माड़े कर्मां तो परहेज करदा है। पर जिन्हां दे उत्ते परमात्मा दी बख्शिश नहीं हुंदी, जिहड़े माया दे प्रभाव दे अधीन ही रहिंदे हन, क्योंकि माया है तां ओह वी परमात्मा दी ही बनाई हुई जगत दी खेड परमात्मा ने रची है। तां इस सृष्टि दे अंदर जदों उहने जीव पैदा कीते हन, जीवां दे वास्ते पालना वास्ते सारियां दातां पैदा कीतियां हन, तो ये माया दा पसारा भी उसे दा ही पसारिया होया है। तो जिहड़े जीव सच्चे गुरु दी शरण च नहीं पैंदे, परमात्मा दी मेहर दी नज़र तो वांझे रह जांदे हन, जिन्हां नूं सच्चे गुरु दी संगत नहीं मिलदी, जिन्हां नूं कोई जीवन दे मनोरथ दी सोची नहीं आंदी, तां ओह केवल माया इकत्तर करन नूं ही अपने जीवन दा मकसद समझ लैंदे हन ते लालच दे वस होके इस तरीके दी जिवें मानो अपने औगणा दी लालच दी कैद विच फसे रहंदे हन ते पाप करके अपना जीवन अजाई गवाई जाते हैं। पर गुरु साहब कहते हैं कि है सब कुछ तेरी ही मेहर दी नज़र, तेरी ही निगाह दे अधीन, तेरी ही रज़ा दे अधीन हो रहा है कि जे तैनूं चंगा लगे तो कोई जीव चंगे पासे लग जाता है, जे तैनूं लगे तो वह मंदा बन जाता है। जिहो जिहा तूं किसी जीव नूं चला रहा है ये खेड है तेरी ही। कोई चंगे कर्म कर रहा है वह भी तेरे हुक्म के अधीन हो रहा है, जे कोई मंदे कर्म कर रहा है वह भी तेरे हुक्म के अधीन ही हो रहा है। तो जिहो जिहे हालात किसी जीव वास्ते पैदा किए होंगे हैं, वो जीव उन्हां हालातां दा ही फसिया होया, उस माहौल दे विच ही उसे हालात विच जदों उहदी परवरिश हुंदी है, जिहो जिहा उहनूं ज्ञान मिलदा है, जिहो जी उहदी सोच बन जाती है, उहदे मुताबिक ही तेरी हुक्म तेरी मर्यादा दे नियमां दे अधीन ही उहो जिहे कर्म करन लग पैंदा है। जे तेरी बख्शिश की नज़र उहदे ते हुंदी है
ਤਾਂ ਉਹ ਸਤਸੰਗਤ ਵਿੱਚ ਜੁੜਦਾ ਹੈ, ਤੇਰੀ ਸਿਫਤ ਸਲਾਹ ਦੇ ਵਿੱਚ ਜੁੜਦਾ ਹੈ, ਹਰ ਵੇਲੇ ਤੇਰੀ ਯਾਦ ਨੂੰ ਹਿਰਦੇ 'ਚ ਵਸਾ ਕੇ ਰੱਖਦਾ ਹੈ, ਮਾੜੇ ਕਰਮਾਂ ਤੋਂ ਪਰਹੇਜ਼ ਕਰਦਾ ਹੈ, ਸਬਰ ਸ਼ੁਕਰ ਦੀ ਜ਼ਿੰਦਗੀ ਜਿਉਂਦਾ ਹੈ। ਪਰ ਜੇ ਤੇਰੀ ਨਜ਼ਰ ਦਾ ਵਾਂਝਿਆ ਰਹਿ ਜਾਂਦਾ ਹੈ, ਜਿਨ੍ਹਾਂ ਤੇ ਤੇਰੀ ਬਖਸ਼ਿਸ਼ ਨਹੀਂ ਹੁੰਦੀ, ਉਹ ਮਾਇਆ ਦੇ ਵਿੱਚ ਹੀ ਰੁੱਝੇ ਹੋਏ, ਲਾਲਚ ਵਿੱਚ ਹੀ ਫਸੇ ਹੋਏ, ਸਾਰਾ ਜੀਵਨ ਔਗਣਾ ਵਿੱਚ ਔਰ ਪਾਪ ਕਰਮ ਕਰਦਿਆਂ ਹੋਇਆਂ ਹੀ ਬਿਤਾ ਲੈਂਦੇ ਹਨ। ਤੋ ਇਹ ਹੈ ਤੇਰੇ ਹੀ ਹੁਕਮ ਦੀ ਖੇਡ ਹੈ, ਭਾਵੇਂ ਚੰਗਾ ਭਾਵੇਂ ਮੰਦਾ, ਜੈਸੀ ਨਦਰ ਤੁਮਾਰੀ। ਤੋ ਇੱਥੇ ਵੀ ਤੁਹਾਨੂੰ ਇਸ ਜੋ ਰਾਹੋਂ ਦਾ ਬੰਦ ਹੈ, ਮਿਹਰਬਾਨ ਮਧੂਸੂਦਨ ਮਾਧੋ ਐਸੀ ਸ਼ਕਤ ਤੁਮਾਰੀ, ਉਸ ਸਿਧਾਂਤ ਨੂੰ ਧਿਆਨ ਵਿੱਚ ਰੱਖ ਕੇ ਇਹਨਾਂ ਅਰਥਾਂ ਨੂੰ ਸਮਝਣਾ ਚਾਹੀਦਾ ਹੈ ਕਿ ਸਭ ਕੁਝ ਹੈ ਉਸਦੀ ਰਜ਼ਾ ਵਿੱਚ ਹੀ ਹੋ ਰਿਹਾ। ਜਗਤ ਦੇ ਵਿੱਚ ਚੰਗੇ ਵੀ ਮਨੁੱਖ, ਮੰਦੇ ਵੀ ਮਨੁੱਖ, ਸਭ ਪਰਮਾਤਮਾ ਦੇ ਹੀ ਪੈਦਾ ਕੀਤੇ ਹੋਏ ਹਨ। ਜਿਸ ਪਰਮਾਤਮਾ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਇਸ ਜਗਤ ਵਿੱਚ ਭੇਜਿਆ ਹੈ, ਬਾਬਰ ਨੂੰ ਵੀ ਉਸੇ ਪਰਮਾਤਮਾ ਨੇ ਹੀ ਪੈਦਾ ਕੀਤਾ ਸੀ। ਜਿਸ ਪਰਮਾਤਮਾ ਨੇ ਗੁਰੂ ਅਰਜਨ ਪਾਤਸ਼ਾਹ ਨੂੰ ਇਸ ਜਗਤ ਵਿੱਚ ਭੇਜਿਆ ਸੀ, ਜਹਾਂਗੀਰ ਨੂੰ ਵੀ ਉਸੇ ਪਰਮਾਤਮਾ ਨੇ ਹੀ ਪੈਦਾ ਕੀਤਾ ਸੀ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦਾ ਜਨਮ ਜਿਸ ਪਰਮਾਤਮਾ ਨੇ ਆਪਣੀ ਬਖਸ਼ਿਸ਼ ਕਰਕੇ ਜਗਤ ਦੇ ਵਿੱਚ ਭੇਜਿਆ ਸੀ, ਔਰੰਗਜ਼ੇਬ ਨੂੰ ਵੀ ਉਸੇ ਪਰਮਾਤਮਾ ਨੇ ਹੀ ਪੈਦਾ ਕੀਤਾ ਸੀ। ਕੋਈ ਇਨਸਾਨ ਚੰਗਾ ਬਣਿਆ ਹੈ, ਮੰਦਾ ਬਣਿਆ ਹੈ, ਇਹ ਪਰਮਾਤਮਾ ਦੇ ਹੀ ਹੁਕਮ ਦੇ ਅਧੀਨ ਸਾਰੀ ਖੇਡ ਚੱਲ ਰਹੀ ਹੈ। ਜੀਵਾਂ ਨੂੰ ਇਹਦੀ ਸਮਝ ਆਵੇ ਨਾ ਆਵੇ, ਪਰਮਾਤਮਾ ਦੀ ਆਪਣੀ ਖੇਡ ਹੈ ਇਸ ਜਗਤ ਦੇ ਅੰਦਰ। ਚੰਗੇ ਮੰਦੇ ਦੋਵੇਂ ਤਰ੍ਹਾਂ ਦੇ ਜੀਵ ਪਰਮਾਤਮਾ ਦੇ ਹੀ ਪੈਦਾ ਕੀਤੇ ਹੋਏ ਹਨ। ਗੁਰਮਤਿ ਦੇ ਅੰਦਰ ਕੋਈ ਸ਼ੈਤਾਨ ਦਾ ਕਨਸੈਪਟ ਨਹੀਂ ਹੈ ਕਿ ਜਿਹੜਾ ਪਰਮਾਤਮਾ ਤੋਂ ਵਿਰੋਧੀ ਕੋਈ ਵੱਖਰੀ ਤਾਕਤ ਹੈ। ਇਸਲਾਮੀ ਮਤ ਜਾਂ ਕ੍ਰਿਸਚੀਅਨਿਟੀ ਦੇ ਅੰਦਰ ਕੋਈ ਸ਼ੈਤਾਨ ਦਾ, ਡੈਵਲ ਦਾ ਕਨਸੈਪਟ ਹੈ, ਪਰ ਗੁਰਮਤਿ ਨੇ ਕਿਸੇ ਡੈਵਲ ਦੇ ਹੋਂਦ ਨੂੰ ਪ੍ਰਵਾਨ ਨਹੀਂ ਕੀਤਾ। ਤੋ ਇਸ ਕਰਕੇ ਰਾਹੋਂ ਦੇ ਵਿੱਚ ਆਏ ਬੰਦ ਦੇ ਅਧੀਨ ਔਰ ਇਸ ਪੰਕਤੀ ਦੇ ਅੰਦਰ ਜੋ ਇਹ ਲਫ਼ਜ਼ ਆਏ ਹਨ, ਭਾਵੇਂ ਚੰਗਾ ਭਾਵੇਂ ਮੰਦਾ ਜੈਸੀ ਨਜ਼ਰ ਤੁਮਾਰੀ, ਤੋ ਇਹ ਗੱਲ ਸਵੀਕਾਰ ਕਰਨੀ ਬਣਦੀ ਹੈ ਕਿ ਪਰਮਾਤਮਾ ਦੀ ਹੀ ਬਖਸ਼ਿਸ਼ ਦਾ ਸਦਕਾ ਹੀ ਜਗਤ ਦੇ ਅੰਦਰ ਚੰਗੇ ਇਨਸਾਨ ਵੀ ਪੈਦਾ ਹੁੰਦੇ ਹਨ, ਉਹਦੀ ਹੀ ਆਪਣੀ ਰਜ਼ਾ ਦੇ ਅਨੁਕੂਲ ਹੀ ਜਗਤ ਦੇ ਅੰਦਰ ਵੀ ਮੰਦੇ ਇਨਸਾਨ ਵੀ ਪੈਦਾ ਹੁੰਦੇ ਹਨ। ਹੁਣ ਇਹਨਾਂ ਚੰਗੇ ਮੰਦਿਆਂ ਦਾ ਜੋ ਆਪਸ ਵਿੱਚ ਟਸਲ ਹੁੰਦੀ ਹੈ, ਜੋ ਯੁੱਧ ਹੁੰਦਾ ਹੈ, ਜੋ ਆਪਾ ਵਿਰੋਧੀ ਕਰਮ ਹੁੰਦੇ ਹਨ, ਉਹਨਾਂ ਦੇ ਅਨੁਸਾਰ ਅੱਗੋਂ ਹਾਲਾਤ ਬਦਲਦੇ ਹਨ। ਇਹ ਸਾਰੀ ਵਿਚਾਰ ਅਗਲੇ 4 ਪਦਿਆਂ ਦੇ ਵਿੱਚ ਗੁਰੂ ਸਾਹਿਬ ਅੱਗੇ ਡਿਸਕਸ ਕਰਨਗੇ। ਜੋ ਅੱਜ ਦਾ ਸਮਾਂ ਸਾਡਾ ਇੱਥੇ ਸਮਾਪਤ ਹੋ ਗਿਆ ਹੈ, ਇਸ ਵਿਚਾਰ ਨੂੰ ਅਗਲੇ ਹਫਤੇ ਫਿਰ ਅਸੀਂ ਦੁਬਾਰਾ ਤੋਂ ਕੰਟੀਨਿਊ ਕਰਾਂਗੇ। ਤੋ ਅੱਜ ਦੀ ਵਿਚਾਰ ਦੀ ਇੱਥੇ ਸਮਾਪਤੀ ਕਰਦੇ ਹਾਂ ਜੀ। ਹੋਈਆਂ ਭੁੱਲਾਂ ਦੀ ਆਪ ਜੀ ਖਿਮਾ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ